कि पंजाब की धरती ते गुरु ग्रंथ साहब के ਸਰੂਪਾਂ की बेअदबी हुई। पिंड जवार सिंह वाला इस तो इलावा कई होर थावां ते बीड़ां साड़ियां गईयां। उस तो बाद उन्हां दी बेअदबी करके उन्हां दे जिहड़े पन्ने वो खिलारे गए। खुद जिहड़ी सिट है उसने ज़ाहिर की है कि वो सारे मामले दे विच जो मुख रोल जिहड़ा सी जिस दे विच भूमिका सी वो डेरा सरसा दे मुखी जिहड़ा जेल च बंद है गुरमीत राम रहीम दी सी। पर इस दे बावजूद जो कुछ भी होया उस ਵਿੱਚ ਜਿਹੜੀ ਗੁਰਮੀਤ ਰਾਮ ਰਹੀਮ ਦੀ ਜਿਹੜੀ ਚੜ੍ਹਾਈ ਹੋਈ ਹੈ ਉਸ ਨੂੰ ਜਸਟੀਫਾਈ ਨਹੀਂ ਕਰ ਸਕਦੇ ਤੇ ਉਸ ਦੇ ਜਿਹੜੇ ਪ੍ਰੇਮੀ ਕਹੇ ਜਾਂਦੇ ਨੇ ਬਲਕਿ ਪਾਪੀ ਨੇ ਉਹ ਦੁਸ਼ਟ ਨੇ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਹੈ ਉਹਨਾਂ ਨੇ ਇਹ ਗੱਲ ਮੰਨੀ ਹੈ ਜਵਾਰ ਸਿੰਘ ਵਾਲਾ 'ਚ ਪਿੰਡ ਵਾਸੀਆਂ ਦੇ ਸਾਹਮਣੇ ਕਿ ਅਸੀਂ ਇਸ ਤਰੀਕੇ ਨਾਲ ਇਹ ਸਰੂਪ ਚੋਰੀ ਕੀਤੇ ਨੇ। ਦੇਖੋ ਪੰਜਾਬ ਦੇ ਵਿੱਚ ਜਦੋਂ ਗੁਰੂਆਂ ਨੇ ਸਿੱਖੀ ਦਾ ਬੂਟਾ ਲਾਇਆ ਹਾਂਜੀ ਤੇ ਕੋਸ਼ਿਸ਼ ਇਹੀ ਸੀ ਕਿ ਜਿਹੜਾ ਜ਼ਾਤ ਪਾਤ ਦੇ ਕੋਡ ਨੂੰ ਖਤਮ ਕੀਤਾ ਜਾਵੇ, ਬ੍ਰਾਹਮਣਵਾਦ ਨੂੰ ਸਿੱਧੇ ਤੌਰ 'ਤੇ ਚੁਣੌਤੀ ਸੀ। ਪਰ ਅਖੀਰ ਕਰਦੇ ਕੀ ਹੋਇਆ ਕਿ ਸਿੱਖੀ 'ਚ ਵੀ ਜ਼ਾਤ ਪਾਤ ਦਾ ਕੋਡ ਆ ਵੜਿਆ। ਫਿਰ ਉਸ ਤੋਂ ਬਾਅਦ ਕਿਵੇਂ ਡੇਰੇ 'ਤੇ ਕਬਜ਼ਾ ਕੀਤਾ, ਫਿਰ ਡੇਰਾ ਚਲਾਉਣ ਵੇਲੇ ਜੋ ਕੁਛ ਉਸਨੇ ਕੀਤਾ ਹੋਰ ਔਰਤਾਂ ਦੇ ਨਾਲ ਜੋ ਵੱਧ ਫੈਲੀਆਂ, ਫਿਰ ਜਿਹੜੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਵਿਸ਼ਵਾਸ ਪਾਤਰ ਬਣਾ ਕੇ ਉਹਨਾਂ ਨੂੰ ਖੱਸੀ ਕਰ ਦਿੱਤਾ ਗਿਆ, ਨਪੁੰਸਕ ਬਣਾ ਦਿੱਤਾ ਗਿਆ। ਇੱਥੋਂ ਤੱਕ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਇੱਥੇ ਉਸ ਦੌਰ 'ਚ ਆਏ ਤਾਂ ਉਹਨਾਂ ਨੇ ਬੜੀ ਦਿਲਚਸਪ ਗੱਲ ਕਹੀ ਕਿ ਜਿਸ ਕਿਸਮ ਦੀਆਂ ਉਹਨੇ ਕਰਤੂਤਾਂ ਕੀਤੀਆਂ ਜੇ ਕੋਈ ਅਣਖੀਲਾ ਵਿਅਕਤੀ ਹੋਵੇ ਤਾਂ ਗੋਲੀ ਮਾਰ ਦਿੰਦੇ। ਤੇ ਜਦੋਂ ਇੰਟਰਵਿਊ ਦੇ ਕੇ ਸਾਰੇ ਉਸਨੇ ਜਿਹੜੇ ਦੋਸ਼ ਲੱਗ ਰਹੇ ਸੀ ਮੈਂ ਉਹਨੂੰ ਪੁੱਛਿਆ ਕਿ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ, ਇਸ ਦੋਸ਼ ਬਾਰੇ ਕੀ ਕਹਿਣਾ, ਹਰ ਇੱਕ ਨੂੰ ਡਿਨਾਈ ਕਰਦਾ ਰਿਹਾ। ਜਦੋਂ ਮੈਂ ਜਾਣ ਲੱਗਾ ਤਾਂ ਉਸਨੇ ਮੈਨੂੰ ਪੈਸੇ ਫੜਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਅਕਾਲੀ ਆਗੂ ਗੋਬਿੰਦ ਸਿੰਘ ਮੇਰਾ ਖਿਆਲ ਲੌਂਗੋਵਾਲ ਨਾਂ ਉਹਨਾਂ ਦਾ, ਅਤੇ ਮੈਂ ਉਹਨਾਂ ਦਾ ਇੰਟਰਵਿਊ ਵੀ ਕੀਤਾ ਸੀਗਾ। ਉਹਨੂੰ ਪੁੱਛਿਆ ਵੀ ਤੁਸੀਂ ਕੀ ਕਰਨ ਗਏ ਸੀ ਉੱਥੇ? ਉਹਨਾਂ ਦੀ ਦਲੀਲ ਸੀ ਕਿ ਵੀ ਕਈ ਵਾਰੀ ਕੇਸ ਝੂਠੇ ਬਣਾ ਦੇ ਜਾਂਦੇ, ਬਾਬੇ ਨੂੰ ਬਦਨਾਮ ਕੀਤਾ ਜਾ ਰਿਹਾ। ਹੁਣ ਇੱਕ ਸਵਾਲ ਤਾਂ ਕਰਨਾ ਬਣਦਾ ਹੀ ਹੈ ਨਾ ਕਿ ਜਦੋਂ ਔਰਤਾਂ ਦੀ ਬੇਪਤੀਆਂ ਹੋ ਰਹੀਆਂ ਤੁਸੀਂ ਇਗਨੋਰ ਕਰਦੇ ਰਹੇ, ਤੁਹਾਡੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ, ਤੁਸੀਂ ਫਟਾਫਟ ਲੋਹੇ ਲਾ ਕੇ ਹੋਗੇ ਜੀ ਕਿ ਤੁਹਾਡੀ ਮਤਲਬ ਤੁਸੀਂ ਇੰਨੇ ਕਮਜ਼ੋਰ ਦਿਲ ਦੇ ਲੋਕ। ਪਹਿਲੀ ਗੱਲ ਜੀ ਉਹਨੇ ਸਵਾਂਗ ਰਚਾ ਵੀ ਲਿਆ ਕਿ ਗੁਰੂ ਗੋਬਿੰਦ ਸਿੰਘ ਬਣ ਸਕਦਾ, ਉਹ ਬਿਲਕੁਲ ਤੁਲਨਾ ਕਰ ਸਕਦਾ ਉਹਨਾਂ ਦੀ। ਜਿਵੇਂ ਰਣਜੀਤ ਸਿੰਘ ਕੁੱਕੀ ਦੇ ਮੈਨੂੰ ਕਥਨ ਯਾਦ ਆਉਂਦੇ, ਮੈਂ ਇੰਟਰਵਿਊ ਕੀਤਾ, ਬਹੁਤ ਸੁਹਿਰਦ ਨੌਜਵਾਨ ਹੈ ਜਿਹੜਾ ਖਾੜਕੂ ਲਹਿਰ 'ਚ ਮੋਹਰੀ ਕਤਾਰ 'ਚ ਸੀ। ਉਸ ਦਾ ਕਹਿਣਾ ਸੀ ਜੇ ਗਿੱਦੜ ਸ਼ੇਰ ਦੀ ਖੱਲ ਪਾ ਲਵੇ ਉਹ ਸ਼ੇਰ ਨਹੀਂ ਬਣ ਸਕਦਾ। ਅੱਜ ਕੱਲ੍ਹ ਪਤਾ ਨਹੀਂ ਕਿਹੜੀਆਂ ਐਕਟੀਵਿਟੀ 'ਚ ਸ਼ਾਮਲ ਨੇ, ਪਰ ਉਦੋਂ ਬੜੀ ਹੱਦ ਚੱਕੀ ਸੀ ਇਹਨਾਂ ਨੇ ਕਿ ਉਸ ਦੇ ਬਾਰੇ ਆਪਾਂ ਇੱਕ ਲਫ਼ਜ਼ ਨਹੀਂ ਸੁਣ ਸਕਦੇ, ਤੁਸੀਂ ਉਸ ਦੀ ਆਲੋਚਨਾ ਤੱਕ ਨਹੀਂ ਕਰ ਸਕਦੇ। ਸੋ ਇਸ ਕਿਸਮ ਦਾ ਉਦੋਂ ਚੱਲਦਾ ਰਿਹਾ। ਪਰ ਹੁਣ ਗੁਰਮੀਤ ਰਾਮ ਰਹੀਮ ਆਪ ਨੰਗਾ ਹੋ ਗਿਆ ਲੋਕਾਂ ਦੇ ਸਾਹਮਣੇ। ਬਿਲਕੁਲ ਦੇਖੋ ਹੁਣ ਬਣਦਾ ਕੀ। ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ 'ਤੇ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ, ਪਰ ਨਾਲੋਂ ਨਾਲ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਦੇ ਵਿੱਚ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ, ਮੁਸ਼ਕਿਲ ਦੇ ਵਿੱਚ ਵੀ ਖੁਸ਼ ਰਹਿਣਾ ਅਤੇ ਆਨੰਦ ਕਿਵੇਂ ਲੈਣਾ ਇਸ ਦੀ ਗੱਲ ਵੀ ਮਨ 'ਚ ਅਸੀਂ ਕਾਇਮ ਰੱਖਣੀ ਹੈ। ਕਰੋਨਾ ਦਾ ਇਹ ਦੌਰ ਹੈ ਜਿਸ ਦੇ ਵਿੱਚ ਕੋਵਿਡ-19 ਦੇ ਵਿੱਚ ਇਹਨਾਂ ਦਿਨਾਂ 'ਚ ਹਰ ਦੇਸ਼ ਮੁਲਕ ਧਰਤੀ 'ਤੇ ਖਿਆਲਾਂ 'ਤੇ ਬਣੇ ਹੋਏ ਨੇ ਕਿਸ ਤਰੀਕੇ ਨਾਲ ਬਚਤ ਕਰਨੀ ਹੈ, ਮਨ ਦੀ ਅਵਸਥਾ ਵੀ ਪ੍ਰਸੰਨਚਿਤ ਰੱਖਣੀ ਹੈ ਅਤੇ ਜੀਵਨ ਦਾ ਹਰ ਪਹਿਲੂ ਜਿਹੜਾ ਹੈ ਵਧੀਆ ਰੱਖਣਾ ਹੈ। ਅਸੀਂ ਸਟੂਡੀਓ 'ਚ ਜਦੋਂ ਦਾਖਲ ਹੋਏ ਤਾਂ ਜਲੇਬੀਆਂ ਦਾ ਇੱਕ ਡੱਬਾ ਜਿਹੜਾ ਰੱਖਿਆ ਹੋਇਆ ਸੀ ਉਹਦੇ 'ਚ ਬੜੀ ਪਿਆਰ ਦੇ ਨਾਲ ਸਾਡੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਉਹਨਾਂ ਨੇ ਕਿਹਾ ਕਿ ਕੁਝ ਜਲੇਬੀਆਂ ਖਾਓ, ਪਰ ਨਾਲ ਹੀ ਗੱਲ ਚੱਲੀ ਕਿ ਇਹਦੇ 'ਚ ਵਿੰਗ ਬਲੇਮੇ ਬਹੁਤ ਹੁੰਦੇ ਨੇ। ਤਾਂ ਇੱਕ ਦੋਹਾ ਉਸ ਮੁੱਦੇ ਦੇ ਉੱਪਰ ਕੇਂਦਰਿਤ ਕਰਕੇ ਸਾਂਝਾ ਕਰ ਰਹੇ ਹਾਂ। ਵਿੰਗ ਜਲੇਬੀ ਵਿੱਚ ਜੋ ਦਿੰਦੇ ਸਿੱਖਿਆ ਖਾਸ, ਵਿੰਗ ਜਲੇਬੀ ਵਿੱਚ ਜੋ ਦਿੰਦੇ ਸਿੱਖਿਆ ਖਾਸ, ਹੋਣ ਅਨੇਕਾਂ ਮੁਸ਼ਕਿਲਾਂ, ਹੋਣ ਸੈਂਕੜੇ ਮੁਸ਼ਕਿਲਾਂ, ਛੱਡਣੀ ਨਹੀਂ ਮਿਠਾਸ। ਸੋ ਜ਼ਿੰਦਗੀ 'ਚ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਹੋਣ, ਵਿੰਗ ਬਲੇਮੇ ਹੋਣ, ਅੰਦਰੋਂ ਮਿਠਾਸ ਖਤਮ ਨਾ ਹੋਵੇ। ਸੋ ਅੱਜ ਦੇ ਪ੍ਰੋਗਰਾਮ 'ਚ ਬੜੇ ਹੀ ਅਹਿਮ ਮੁੱਦਿਆਂ ਨੂੰ ਸਾਂਝਾ ਕਰਨਾ, ਜਿਸ ਦੇ ਵਾਸਤੇ ਸਾਡੇ ਮਹਿਮਾਨ ਸ਼ਖਸੀਅਤ ਸ਼ਾਮਲ ਨੇ। ਗੁਰਪ੍ਰੀਤ ਸਿੰਘ ਜੀ ਜੋ ਸਟੂਡੀਓ 'ਚ ਸਾਡੇ ਨਾਲ ਨੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਗੁਰਜੀਤ ਸਿੰਘ ਜੀ ਬਹੁਤ ਤੁਹਾਡਾ ਧੰਨਵਾਦ, ਔਰ ਜਿਹੜੀ ਮਿਠਾਸ ਨਾਲ ਤੁਸੀਂ ਸਵਾਗਤ ਕੀਤਾ ਉਹਦੇ ਲਈ ਤੁਹਾਡਾ ਖਾਸ ਸ਼ੁਕਰੀਆ। ਬਹੁਤ ਸ਼ੁਕਰੀਆ ਜੀ ਗੁਰਪ੍ਰੀਤ ਸਿੰਘ ਜੀ। ਦੂਸਰੀ ਗੱਲ ਇਹ ਵੀ ਹੈ ਕਿ ਕੋਵਿਡ ਦੇ ਕਾਰਨ ਅਸੀਂ ਥੋੜ੍ਹੇ ਜਿਹੇ ਰੂਲਸ ਰੈਗੂਲੇਸ਼ਨ ਵੀ ਜਿਹੜੇ ਆ ਕਾਇਮ ਰੱਖੇ ਹੋਏ ਨੇ। ਕਹਿੰਦੇ 6 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਹਾਂਜੀ ਲਓ ਜੀ, ਇਹਦਾ ਮਤਲਬ ਠੀਕ ਹੈ। ਥੈਂਕ ਯੂ ਜੀ। ਗੁਰਪ੍ਰੀਤ ਸਿੰਘ, ਬਹੁਤ ਹੀ ਸੰਵੇਦਨਸ਼ੀਲ ਮੁੱਦੇ ਰੋਜ਼ ਜ਼ਿੰਦਗੀ 'ਚ ਆਉਂਦੇ ਨੇ, ਪਰ ਉਹਦੇ ਨਾਲ ਨਾਲ ਆਪਾਂ ਜੀਵਨ ਨੂੰ ਹਮੇਸ਼ਾ ਅਗਾਂਹ ਤੋਰਨਾ ਅਤੇ ਉਸ ਦੇ ਵਿੱਚ ਇਹ ਚੈਨਲ ਮੀਡੀਆ ਇਸ ਯੁੱਗ ਦੇ ਵਿੱਚ ਵਿਚਾਰਾਂ ਦੀ ਸਾਂਝ ਲੋਕਾਂ ਤੱਕ ਪਾਉਣੀ ਹੈ। ਸੋ ਇੱਕ ਜਿਹੜੀ ਗੱਲ ਇਹਨਾਂ ਦਿਨਾਂ 'ਚ ਮੀਡੀਆ 'ਚ ਬੜੀ ਜ਼ਿਆਦਾ ਚਰਚਾ ਦੇ ਵਿਸ਼ੇ ਬਣੀ ਹੈ ਉਹ ਹੈ ਕਿ ਪੰਜਾਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ।
ਪਿੰਡ ਜਵਾਰ ਸਿੰਘ ਵਾਲਾ, ਇਸ ਤੋਂ ਇਲਾਵਾ ਕਈ ਹੋਰ ਥਾਵਾਂ ਤੇ ਬੀੜਾਂ ਸਾੜੀਆਂ ਗਈਆਂ। ਉਸ ਤੋਂ ਬਾਅਦ ਉਹਨਾਂ ਦੀ ਬੇਅਦਬੀ ਕਰਕੇ ਉਹਨਾਂ ਦੇ ਜਿਹੜੇ ਪੰਨੇ ਉਹ ਖਿਲਾਰੇ ਗਏ ਤੇ ਅੰਗ ਵਿਖੇਰ ਕੇ ਕਿਸ ਤਰੀਕੇ ਨਾਲ ਮੁੜ ਕੇ ਪੰਜਾਬ ਦੇ ਹਾਲਾਤ ਵਿਗੜੇ, ਉਹਨਾਂ ਦੇ ਵਿੱਚ ਸਾਰਾ ਸਿਲਸਿਲਾ ਚੱਲਦਾ ਰਿਹਾ। ਵੱਖ-ਵੱਖ ਪੋਲੀਟੀਕਲ ਪਾਰਟੀਆਂ ਦਾ ਕੀ ਰੋਲ ਰਿਹਾ। ਆਖਿਰਕਾਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ ਇਹ ਗੱਲ ਖੁਦ ਜਿਹੜੀ ਸਿੱਟ ਹੈ ਉਸ ਨੇ ਜ਼ਾਹਰ ਕੀਤੀ ਹੈ ਕਿ ਉਹ ਸਾਰੇ ਮਾਮਲੇ ਦੇ ਵਿੱਚ ਜੋ ਮੁੱਖ ਰੋਲ ਜਿਹੜਾ ਸੀ, ਜਿਸ ਦੇ ਵਿੱਚ ਭੂਮਿਕਾ ਸੀ, ਉਹ ਡੇਰਾ ਸਰਸਾ ਦੇ ਮੁਖੀ ਜਿਹੜਾ ਜੇਲ੍ਹ 'ਚ ਬੰਦ ਹੈ ਗੁਰਮੀਤ ਰਾਮ ਰਹੀਮ ਦੀ ਸੀ। ਤੇ ਉਸ ਦੇ ਜਿਹੜੇ ਪ੍ਰੇਮੀ ਕਹੇ ਜਾਂਦੇ ਨੇ, ਬਲਕਿ ਪਾਪੀ ਨੇ, ਉਹ ਦੁਸ਼ਟ ਨੇ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਹੈ, ਉਹਨਾਂ ਨੇ ਇਹ ਗੱਲ ਮੰਨੀ ਹੈ ਜਵਾਰ ਸਿੰਘ ਵਾਲਾ 'ਚ ਪਿੰਡ ਵਾਸੀਆਂ ਦੇ ਸਾਹਮਣੇ ਕਿ ਅਸੀਂ ਇਸ ਤਰੀਕੇ ਨਾਲ ਇਹ ਸਰੂਪ ਚੋਰੀ ਕੀਤੇ ਨੇ। ਸੋ ਅੱਜ ਅਸੀਂ ਚਾਹਾਂਗੇ ਕਿ ਥੋੜ੍ਹਾ ਦਰਸ਼ਕਾਂ ਨੂੰ ਇਹ ਸਾਰੇ ਘਟਨਾਕ੍ਰਮ ਦੀ ਪੂਰੀ ਜਾਣਕਾਰੀ ਸਾਂਝੀ ਕਰੀਏ। ਪਰ ਉਸ ਤੋਂ ਪਹਿਲਾਂ ਜਿਹੜਾ ਇਹ ਡੇਰਾ ਮੁਖੀ ਸਾਧ ਚਰਚਾ ਦਾ ਵਿਸ਼ਾ ਰਿਹਾ, ਇਸ ਨੇ ਪੂਰੇ ਮੀਡੀਆ 'ਤੇ ਕਬਜ਼ਾ ਕੀਤਾ। ਸਰਕਾਰਾਂ ਇਸ ਦੇ ਥਾਂ ਤੇ ਜਿਹੜੀਆਂ ਕਦਮਾਂ 'ਚ ਡਿੱਗਦੀਆਂ ਸਨ, ਵੱਡੇ ਵੱਡੇ ਮੰਤਰੀਆਂ ਤੋਂ ਲੈ ਕੇ ਕਲਾਕਾਰਾਂ ਤੋਂ ਲੈ ਕੇ ਇਸ ਨੇ ਆਪਣਾ ਦਬਦਬਾ ਬਣਾਇਆ ਹੋਇਆ ਸੀ। ਸੋ ਥੋੜ੍ਹਾ ਜਿਹਾ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਇਸ ਦੇ ਬਾਰੇ ਚਰਚਾ ਛਿੜੀ, ਪੱਤਰਕਾਰਾਂ ਦੀ ਸ਼ਹਾਦਤ ਹੋਈ, ਉਹ ਸਾਰੇ ਮਾਮਲੇ ਦੇ ਵਿੱਚ ਕੀ ਇਹਦੀ ਬੁਨਿਆਦੀ ਤੌਰ 'ਤੇ ਕਿਵੇਂ ਇਹਦੀ ਮਸ਼ਹੂਰੀ ਹੋਈ ਤੇ ਇਸ ਦੇ ਪਿੱਛੇ ਕੌਣ ਲੋਕ ਸਨ। ਬਿਲਕੁਲ। ਉਸ ਤੋਂ ਪਹਿਲਾਂ ਮੈਂ ਗੱਲ ਕਹਿਣੀ ਚਾਹੂੰਗਾ, ਜਿਹੜੀ ਤੁਸੀਂ ਹੁਣੇ ਸ਼ੁਰੂ ਵਿੱਚ ਜਿਹੜੀਆਂ ਕੁਝ ਗੱਲਾਂ ਕਹੀਆਂ, ਸੋ ਮੈਨੂੰ ਆਪਣੇ ਪਿਤਾ ਜੀ ਦੇ ਕਥਨ ਯਾਦ ਆ ਗਏ ਕਿ ਗੁਰਮੁਖ ਸੀਗੇ ਕਾਫੀ ਉਹ, ਤੇ ਗੁਰੂ ਘਰ ਨਾਲ ਕਾਫੀ ਪਿਆਰ ਸੀ ਉਹਨਾਂ ਦਾ। ਉਹ ਕਹਿੰਦੇ ਸੀ ਜਿਹੜਾ ਸਿੱਖ ਆ ਉਹ ਜਿਹੜੀ ਮਰਜ਼ੀ ਅਵਸਥਾ 'ਚ ਹੋਵੇ, ਗਮ 'ਚ ਹੋਵੇ ਜਾਂ ਖੁਸ਼ੀ 'ਚ ਹੋਵੇ, ਉਹਨੇ ਹਮੇਸ਼ਾ ਆਨੰਦ ਪਿਆ ਮੇਰੀ ਮਾਇਆ ਦਾ ਉਚਾਰਨ ਕਰਨਾ। ਬਿਲਕੁਲ। ਸੋ ਮੈਨੂੰ ਲੱਗਦਾ ਕਿ ਉਹ ਜ਼ਿੰਦਗੀ ਦੇ ਜਿਹੜੇ ਹਰ ਤਰ੍ਹਾਂ ਦੇ ਰੰਗ ਵਿੱਚੋਂ ਦਾ ਤੁਸੀਂ ਆਨੰਦ ਮਾਣਨਾ ਹੋਵੇ, ਨਾਲ ਦੁੱਖ ਤਕਲੀਫਾਂ ਵੀ ਝੇਲਣੀਆਂ, ਤਾਂ ਤੁਹਾਨੂੰ ਇਹ ਗੱਲ ਦਿਮਾਗ 'ਚ ਰੱਖਣੀ ਚਾਹੀਦੀ। ਬਿਲਕੁਲ ਜੀ। ਸੋ ਮੈਨੂੰ ਉਹ ਗੱਲ ਚੇਤੇ ਆ ਗਈ ਹੈ ਜੀ। ਬਹੁਤ ਖੂਬ ਜੀ। ਸੋ ਗੱਲ ਇਸ ਤਰ੍ਹਾਂ ਕਿ ਜਿਹੜਾ ਸੱਚੇ ਸੌਦੇ ਦੀ ਆਪਾਂ ਗੱਲ ਕਰਦੇ ਹਾਂ, ਬੇਸਿਕਲੀ ਥੋੜ੍ਹੀ ਜਿਹੀ ਪਿੱਠਭੂਮੀ 'ਤੇ ਜਾਣ ਦੀ ਲੋੜ ਆ ਜੀ। ਜਿਹੜਾ ਡੇਰਾ ਸੱਚਾ ਸੌਦਾ ਉਹ ਕਿਉਂ ਪਣਪਿਆ, ਕਿਉਂ ਉਸ ਦੀ ਪਹੁੰਚ ਇੰਨੀ ਵਧੀ, ਉਸ ਦੇ ਵਿੱਚ ਕੁਝ ਜਿਹੜੇ ਸਮਾਜਿਕ ਕਾਰਨ ਨੇ, ਸਾਨੂੰ ਉਹ ਵੀ ਉਸ ਦੇ ਉੱਤੇ ਵੀ ਸਾਨੂੰ ਗੱਲ ਕਰਨੀ ਚਾਹੀਦੀ। ਠੀਕ। ਦੇਖੋ, ਪੰਜਾਬ ਦੇ ਵਿੱਚ ਜਦੋਂ ਗੁਰੂਆਂ ਨੇ ਸਿੱਖੀ ਦਾ ਬੂਟਾ ਲਾਇਆ, ਹਾਂਜੀ, ਤੇ ਕੋਸ਼ਿਸ਼ ਇਹੀ ਸੀ ਕਿ ਜਿਹੜਾ ਜ਼ਾਤ ਪਾਤ ਦੇ ਕੋਡ ਨੂੰ ਖਤਮ ਕੀਤਾ ਜਾਵੇ। ਬ੍ਰਾਹਮਣਵਾਦ ਨੂੰ ਸਿੱਧੇ ਤੌਰ 'ਤੇ ਚੁਣੌਤੀ ਸੀ। ਪਰ ਅਖੀਰ ਕਰਦਿਆਂ ਕੀ ਹੋਇਆ ਕਿ ਸਿੱਖੀ 'ਚ ਵੀ ਜ਼ਾਤ ਪਾਤ ਦਾ ਕੋਡ ਆ ਵੜਿਆ। ਬ੍ਰਾਹਮਣਵਾਦੀ ਰੁਚੀਆਂ ਸਿੱਖੀ 'ਚ ਵੀ ਭਾਰੂ ਹੋ ਗਈਆਂ, ਜੱਟਵਾਦ ਦੇ ਰੂਪ 'ਚ ਕਹਿ ਲਓ, ਕਿਸੇ ਰੂਪ 'ਚ ਵੀ ਕਹਿ ਲਓ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਛੋਟੀਆਂ ਸੰਪਰਦਾਵਾਂ ਪੁੰਗਰਨੀਆਂ ਸ਼ੁਰੂ ਹੋ ਗਈਆਂ, ਚਾਹੇ ਉਹ ਸੱਚੇ ਸੌਦੇ ਦੇ ਰੂਪ 'ਚ, ਚਾਹੇ ਰਾਧਾ ਸਵਾਮੀ ਦੇ ਰੂਪ 'ਚ, ਚਾਹੇ ਭਨਿਆਰੇ ਵਾਲੇ ਦੇ ਡੇਰੇ ਦੇ ਰੂਪ 'ਚ। ਉਹਨਾਂ ਡੇਰਿਆਂ ਵਿੱਚ ਜ਼ਿਆਦਾ ਜਿਹੜੇ ਲੋਕ ਗਏ ਵੀ ਉਹ ਦਲਿਤ ਭਾਈਚਾਰੇ ਦੇ ਲੋਕ ਸੀਗੇ, ਸਿੱਖੀ ਤੋਂ ਟੁੱਟ ਕੇ ਉੱਧਰ ਨੂੰ ਗਏ। ਸੋ ਇਹ ਅੱਜ ਜਿਹੜੀ ਉੱਥੋਂ ਦੀ ਜਿਹੜੀ ਮੇਨ ਸਟ੍ਰੀਮ ਸਿੱਖ ਸੁਸਾਇਟੀ ਆ, ਜਾਂ SGPC ਜਾਂ ਜਥੇਦਾਰ ਸਾਹਿਬ ਨੇ ਇਹ ਸੋਚਣ ਕਿ ਕਿਵੇਂ ਇਸ ਸਾਰੀ ਪਰੰਪਰਾ ਨੂੰ ਕਿਵੇਂ ਉਲਟਾਇਆ ਜਾਵੇ, ਜਾਂ ਕਿਹੜੀਆਂ ਰਵਾਇਤਾਂ ਸਾਡੇ 'ਚ ਗਲਤ ਆ ਵੜੀਆਂ ਜਿਹਨਾਂ ਨੂੰ ਦੂਰ ਕਰਕੇ ਇਸ ਸਮੱਸਿਆ ਦਾ ਹੱਲ ਲੱਭਿਆ ਜਾਵੇ। ਪਹਿਲੀ ਗੱਲ ਤਾਂ ਇਹ। ਪਰ ਇਸ ਦੇ ਬਾਵਜੂਦ ਜੋ ਕੁਝ ਵੀ ਹੋਇਆ, ਉਸ ਵਿੱਚ ਜਿਹੜੀ ਗੁਰਮੀਤ ਰਾਮ ਰਹੀਮ ਦੀ ਜਿਹੜੀ ਚੜ੍ਹਾਈ ਹੋਈ ਹੈ, ਉਸ ਨੂੰ ਜਸਟੀਫਾਈ ਨਹੀਂ ਕਰ ਸਕਦੇ। ਕਿਉਂਕਿ ਉਸ ਦੀਆਂ ਜਿਹੜੀਆਂ ਦਿਲਚਸਪੀਆਂ ਸੀਗੀਆਂ, ਉਹ ਸੱਚੇ ਸੌਦੇ ਦੇ ਡੇਰੇ ਦੀ ਆਪਣੇ ਅਸੂਲਾਂ ਤੋਂ ਵੀ ਉਲਟ ਸੀਗੀਆਂ। ਕਿਉਂਕਿ ਜਿਹੜੀ ਗੱਦੀ ਤੋਂ ਬੈਠਾ, ਉਸ ਤੋਂ ਪਹਿਲਾਂ ਜਿਹੜੇ ਲੋਕ ਆਏ, ਉਹਨਾਂ ਨੇ ਸਮਾਜਿਕ ਜਿਹੜੀਆਂ ਬੁਰਾਈਆਂ ਦੂਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ, ਪਰ ਇਸਦੇ ਇੰਟਰਸਟ ਹੀ ਹੋਰ ਸੀਗੇ ਕਿ ਅੰਪਾਇਰ ਕਿਵੇਂ ਖੜੀ ਕਰਨੀ ਹੈ, ਜ਼ਮੀਨਾਂ ਕਿਵੇਂ ਨੱਪਣੀਆਂ, ਪਾਵਰ ਕਿਵੇਂ ਆਪਣੇ ਹੱਥ ਹਥਿਆਉਣੀ ਹੈ। ਸੋ ਇਸ ਕਿਸਮ ਦੀਆਂ ਇਹਦੀਆਂ ਰੁਚੀਆਂ ਸੀਗੀਆਂ। ਡੇਰੇ 'ਤੇ ਕਬਜ਼ਾ ਕਰਨ ਲਈ ਵੀ ਜਿਵੇਂ ਇਸਨੇ ਗੁਰਜੰਟ ਸਿੰਘ ਰਾਜਸਥਾਨੀ ਦੀ ਤਾਕਤ ਨੂੰ ਇਸਤੇਮਾਲ ਕੀਤਾ, ਜਿਹੜਾ ਕਿ ਖਾਲਿਸਤਾਨੀ ਖਾੜਕੂ ਸੀ। ਫਿਰ ਉਸ ਤੋਂ ਬਾਅਦ ਕਿਵੇਂ ਡੇਰੇ 'ਤੇ ਕਬਜ਼ਾ ਕੀਤਾ, ਫਿਰ ਡੇਰਾ ਚਲਾਉਣ ਵੇਲੇ ਜੋ ਕੁਝ ਇਸਨੇ ਕੀਤਾ, ਹੋਰ ਔਰਤਾਂ ਦੇ ਨਾਲ ਜੋ ਵੱਧ ਫੈਲੀਆਂ, ਫਿਰ ਜਿਹੜੇ ਲੋਕਾਂ ਨੂੰ ਆਪਣੇ ਨਾਲ ਜੋੜਿਆ, ਵਿਸ਼ਵਾਸ ਪਾਤਰ ਬਣਾ ਕੇ ਉਹਨਾਂ ਨੂੰ ਖੱਸੀ ਕਰ ਦਿੱਤਾ ਗਿਆ, ਨਪੁੰਸਕ ਬਣਾ ਦਿੱਤਾ ਗਿਆ। ਇਹ ਸਾਰਾ ਕੁਝ ਦੱਸਦਾ ਕਿ ਉਸਨੇ ਕਿਸ ਤਰੀਕੇ ਨਾਲ ਅੰਪਾਇਰ ਖੜੀ ਕਰਨੀ ਸੀ, ਜਿਸ ਵਿੱਚੋਂ ਕਾਫੀ ਹੱਦ ਤੱਕ ਕਾਮਯਾਬ ਵੀ ਰਿਹਾ। ਮਾਇਆ ਵੀ ਇਕੱਠੀ ਕਰ ਲਈ, ਔਰ ਚੜ੍ਹਾਈ ਇੰਨੀ ਹੋ ਗਈ ਉਹਦੀ ਕਿ ਲੋਕ ਇੰਨੇ ਜ਼ਿਆਦਾ ਜੁੜਨ ਲੱਗ ਪਏ। ਭਾਵੇਂ ਕਿ ਠੀਕ ਹੈ, ਇੱਕ ਲੈਵਲ ਦੇ ਉੱਤੇ ਜਿਹੜਾ ਦਲਿਤ ਭਾਈਚਾਰਾ ਸੀਗਾ ਨਾਲ ਜੁੜਿਆ ਸੀ, ਜਾਂ ਜਿਹੜੇ ਦਰਮਿਆਨੇ ਕਿਸਾਨ ਜਾਂ ਛੋਟੇ ਵਪਾਰੀ, ਉਹਨਾਂ ਨੇ ਕੁਝ ਗੱਲਾਂ ਕੀਤੀਆਂ ਸਰਸੇ ਇਲਾਕੇ ਵਿੱਚ, ਜਿਹਦੇ ਕਰਕੇ ਡੇਰੇ ਦੀ ਚੜ੍ਹਾਈ ਕਾਫੀ ਹੋ ਗਈ। ਪਰ ਜਿਹੜੀ ਸਭ ਤੋਂ ਵੱਡੀ ਮਾੜੀ ਗੱਲ ਇਹ ਹੋਈ ਹੈ, ਅਸੀਂ ਇੱਕ ਪਾਸੇ ਕਹਿੰਦੇ ਕਿ ਜਿਹੜਾ ਸਾਡਾ ਇੰਡੀਆ ਦਾ ਸਿਸਟਮ ਹੈ ਉਹ ਸਾਇੰਟੀਫਿਕ ਟੈਂਪਰਾਮੈਂਟ 'ਤੇ ਆਧਾਰਿਤ ਹੈ, ਪਰ ਜਿਹੜੇ ਸਿਆਸੀ ਪਾਰਟੀਆਂ ਨੇ ਵੀ ਇਸ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰਤੀ। ਇੱਕ ਤਾਂ ਉਹਨਾਂ ਦੇ ਆਪਣੇ ਹੀ ਕੁੜਮ ਸੀਗੇ ਜਿਹੜੇ ਕਾਂਗਰਸੀ ਸੀ, ਬਿਲਕੁਲ ਹਰਵਿੰਦਰ ਜੱਸੀ। ਪਰ ਉਸ ਤੋਂ ਇਲਾਵਾ ਦੇਖੋ ਬਾਕੀ ਪਾਰਟੀਆਂ ਵਾਲੇ ਵੀ ਕਿਵੇਂ ਉਹਨਾਂ ਦੇ ਜਾ ਕੇ ਉਹਨਾਂ ਦੇ ਚਰਨੀ ਪਏ ਨੇ। ਉਸ ਦੇ ਵਿੱਚ ਹਰਦੇਵ ਅਰਸ਼ੀ ਵਰਗੇ ਲੋਕ ਵੀ ਜਿਹੜੇ ਕਮਿਊਨਿਸਟ ਨੇ, ਹਾਲਾਂਕਿ ਜਿਹੜੀਆਂ ਬੀਬੀਆਂ ਨੇ ਚਿੱਠੀਆਂ ਲਿਖ ਕੇ ਖੁਲਾਸੇ ਕੀਤੇ ਕਿ ਉਹਨਾਂ ਨਾਲ ਬਦਫੈਲੀਆਂ ਹੋਈਆਂ, ਔਰ ਚਿੱਠੀਆਂ ਦਾ ਸਿਲਸਿਲਾ ਜਿਹੜਾ ਦੇਸ਼ ਸੇਵਕ ਅਖਬਾਰ ਨੇ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਇੱਥੋਂ ਤੱਕ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਇੱਥੇ ਉਸ ਦੌਰ 'ਚ ਆਏ, ਤਾਂ ਉਹਨਾਂ ਨੇ ਬੜੀ ਦਿਲਚਸਪ ਗੱਲ ਕਹੀ ਕਿ ਜਿਸ ਕਿਸਮ ਦੀਆਂ ਉਹਨੇ ਕਰਤੂਤਾਂ ਕੀਤੀਆਂ,
ਜੇ ਕੋਈ ਅਣਖੀਲਾ ਵਿਅਕਤੀ ਹੋਵੇ ਤਾਂ ਗੋਲੀ ਮਾਰ ਦੇਵੇ, ਹੂੰ, ਪਰ ਲੋਕ ਕਿਵੇਂ ਉਸ ਨੂੰ ਜਰ ਰਹੇ ਨੇ। ਇਹ ਕਾਮਰੇਡ ਸੁਰਜੀਤ ਦੇ ਕਥਨ ਨੂੰ ਤੁਹਾਨੂੰ ਦੱਸ ਰਿਹਾ ਮੈਂ। ਹਾਂ, ਹੁਣ ਕਹਿਣ ਦਾ ਮਤਲਬ ਕਿ ਇਹ ਕੁਝ ਚੱਲ ਰਿਹਾ ਕਿ ਦੇਸ਼ ਸੇਵਕ ਨੇ ਚਿੱਠੀਆਂ ਵੀ ਛਾਪੀਆਂ, ਜਿਹੜੇ ਕਾਮਰੇਡਾਂ ਨੇ ਧਰਤੀ 'ਤੇ ਜਾ ਕੇ ਕੰਮ ਵੀ ਕੀਤਾ, ਦੇਖੋ ਪਰ ਹਰਦੇਵ ਅਰਸ਼ੀ CPI ਦੇ ਹੀ ਜਿਹੜੇ MLA ਰਹੇ ਨੇ, ਜੀ, ਵੋਟਾਂ ਮੰਗਣ ਦੀ ਖਾਤਰ ਉਹਨਾਂ ਕੋਲ ਜਾ ਵੜੇ। ਹੂੰ, ਸੋ ਮੇਰਾ ਉਹਨਾਂ ਨਾਲ ਵੀ ਸਵਾਲ ਜਵਾਬ ਕੀਤਾ ਸੀਗਾ, ਕੋਈ ਤਸੱਲੀਬਖਸ਼ ਜਵਾਬ ਦੇ ਨਹੀਂ ਸਕੇ ਉਹ। ਜੀ, ਇਹ ਉਹ ਪਾਰਟੀਆਂ ਜਿਹੜੀਆਂ ਆਪਣੇ ਨੂੰ ਅੱਗੇ ਵਧੂ ਵੀ ਕਹਿੰਦੀਆਂ, ਜੀ, ਇਹਨਾਂ ਨੇ ਜਾ ਕੇ ਵੀ ਉਸ ਵਿਅਕਤੀ ਕੋਲੋਂ ਵੋਟਾਂ ਦੀ ਭੀਖ ਮੰਗੀ ਹੈ। ਜੀ, ਜੋ BJP ਕਰ ਰਹੀ ਉਹ ਤਾਂ ਸਭ ਨੂੰ ਪਤਾ ਹੀ ਹੈ। ਹੂੰ, ਕਾਂਗਰਸ ਨਾਲ ਪਹਿਲਾਂ ਹੀ ਉਹਨਾਂ ਦਾ ਪਰਿਵਾਰਕ ਰਿਸ਼ਤਾ ਸੀ, ਜੀ, ਜੀ, ਅਕਾਲੀਆਂ ਨੇ ਵੀ ਉਹੀ ਕੁਝ ਕੀਤਾ। ਬਿਲਕੁਲ, ਇੱਕ ਪਾਸੇ ਪੰਥ ਦੇ ਨਾਂ ਤੇ ਵੋਟਾਂ ਵਟੋਰੀਆਂ। ਇੱਥੋਂ ਤੱਕ ਕਿ ਸਿਮਰਨਜੀਤ ਸਿੰਘ ਮਾਨ ਬਾਰੇ ਵੀ ਕਿਹਾ ਜਾਂਦਾ, ਉਹਨਾਂ ਦੇ ਡੇਰੇਦਾਰਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਉਹ ਵੀ ਕਿਸ ਸਮੇਂ ਤੇ ਜਾ ਕੇ ਉਹਨਾਂ ਕੋਲੋਂ ਵੋਟਾਂ ਮੰਗਦੇ ਰਹੇ ਨੇ। ਜੀ, ਸੋ ਇਹ ਜਿਹੜਾ ਸਿਲਸਿਲਾ ਸੀਗਾ ਉਸਨੇ ਉਹਨੂੰ ਚਮਲਾ ਬਹੁਤ ਦਿੱਤਾ। ਚਮਲਾ ਇਸ ਹੱਦ ਤੱਕ ਦਿੱਤਾ ਕਿ ਉਹ ਪੱਤਰਕਾਰਾਂ ਨੂੰ ਵੀ ਉਸਨੇ ਖਰੀਦਣਾ ਸ਼ੁਰੂ ਕਰਤਾ। ਹੁਣ ਉੱਥੇ ਇੱਕ ਰਿਵਾਜ ਹੋ ਰਿਹਾ ਜਿਹਦਾ ਮੈਂ ਤੁਹਾਨੂੰ ਆਪਣੀ ਐਕਸਪੀਰੀਅੰਸ ਦੱਸ ਸਕਦਾ। ਹਾਂਜੀ, ਜਦੋਂ ਮੇਰੀ ਰੋਪੜ ਪੋਸਟਿੰਗ ਸੀ ਇੰਡੀਅਨ ਐਕਸਪ੍ਰੈਸ ਦੇ ਨਾਲ, ਤੇ ਭਨਿਆਰੇ ਵਾਲੇ ਦੇ ਡੇਰੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਿਉਂਕਿ ਲੋਕਾਂ ਦੀ ਸ਼ਿਕਾਇਤਾਂ ਬਹੁਤ ਆ ਰਹੀਆਂ ਸੀਗੀਆਂ ਹੂੰ, ਕਿ ਉਸ ਡੇਰੇਦਾਰ ਨੇ ਕੀ ਕੀਤਾ ਕਿ ਆਲੇ ਦੁਆਲੇ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਸ਼ੁਰੂ ਕਰਤੇ, ਜੀ, ਧੱਕੇਸ਼ਾਹੀਆਂ ਸ਼ੁਰੂ ਕਰਤੀਆਂ। ਹੂੰ, ਸਾਰੀ ਗੱਲ ਦੀ ਪੜਤਾਲ ਕਰਨ ਲਈ ਮੈਂ ਉੱਥੇ ਖੁਦ ਗਿਆ, ਔਰ ਮੈਂ ਉੱਥੇ ਨੀਂਹ ਪੱਥਰ ਵੇਖਿਆ ਜਿਹੜਾ ਬੂਟਾ ਸਿੰਘ ਨੇ ਰੱਖਿਆ ਸੀਗਾ, ਜਿਹੜੇ ਕੇਂਦਰ 'ਚ ਮੰਤਰੀ ਰਹਿ ਚੁੱਕੇ ਆ। ਹਾਂ, ਸੋ ਇੱਕ ਤਾਂ ਪੁਸ਼ਪ ਰਾਹੀਂ ਦੀ ਮਿਸਾਲ ਇਹ ਹੈ। ਹੂੰ, ਫਿਰ ਉੱਥੇ ਉਸ ਵਿਅਕਤੀ ਦੀ ਹਿੰਮਤ ਵੇਖੋ ਕਿ ਜਦੋਂ ਇੰਟਰਵਿਊ ਦੇ ਕੇ ਸਾਰੇ ਉਸਨੇ ਜਿਹੜੇ ਦੋਸ਼ ਲੱਗ ਰਹੇ ਸੀ, ਮੈਂ ਉਹਨੂੰ ਪੁੱਛਿਆ ਕਿ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ, ਇਸ ਦੋਸ਼ ਬਾਰੇ ਕੀ ਕਹਿਣਾ, ਹਰ ਇੱਕ ਤੋਂ ਡਿਨਾਈ ਕਰਦਾ ਰਿਹਾ। ਜਦੋਂ ਮੈਂ ਜਾਣ ਲੱਗਾ ਤੇ ਉਸਨੇ ਮੈਨੂੰ ਪੈਸੇ ਫੜਾਉਣ ਦੀ ਕੋਸ਼ਿਸ਼ ਕੀਤੀ, ਹੂੰ, ਮੈਂ ਉਹਨੂੰ ਪੈਸੇ ਲੈਣ ਤੋਂ ਨਾ ਕਰਤੀ। ਜੀ, ਇਸ ਗੱਲ ਤੇ ਉਹ ਖਫਾ ਹੋਇਆ ਕਿ ਤੂੰ ਮਤਲਬ ਹਿਮਾਕਤ ਕਰ ਰਿਹਾ ਕਿ ਮੈਂ ਤੁਹਾਨੂੰ ਪ੍ਰਸ਼ਾਦ ਦੇ ਰਿਹਾ, ਤੂੰ ਨਾ ਕਰ ਰਿਹਾ। ਮੈਂ ਕਿਹਾ ਇਹ ਪ੍ਰਸ਼ਾਦ ਨਹੀਂ ਹੈ, ਇਹ ਤੁਸੀਂ ਮੈਨੂੰ ਜਿਹੜੀ ਮਾਇਆ ਦੇ ਰਹੇ ਹੋ, ਮੈਨੂੰ ਲੋੜ ਨਹੀਂ ਇਸ ਮਾਇਆ ਦੀ, ਆਪਣੇ ਕੋਲ ਰੱਖੋ, ਹੂੰ, ਤੇ ਆਇੰਦਾ ਕਿਸੇ ਹੋਰ ਪੱਤਰਕਾਰ ਨੂੰ ਦੇਣ ਦੀ ਕੋਸ਼ਿਸ਼ ਵੀ ਨਾ ਕਰਿਓ। ਹੂੰ, ਪਰ ਮੈਂ ਇਹ ਗੱਲ ਤਾਂ ਦੱਸ ਰਿਹਾ ਕਿ ਵੀ ਪੱਤਰਕਾਰਾਂ ਨੂੰ ਖਰੀਦਣਾ ਉਹਨਾਂ ਲਈ ਕਿੱਡੀ ਕੁ ਵੱਡੀ ਗੱਲ ਹੈ। ਇਹ ਖੁਦ ਉਹ ਜਿਹੜਾ ਪਿਆਰਾ ਭਨਿਆਰੇ ਵਾਲਾ, ਪਿਆਰਾ ਭਨਿਆਰੇ ਵਾਲੇ ਦੀ ਗੱਲ ਮੈਂ ਕਰ ਰਿਹਾ ਹਾਂ। ਜੀ, ਹੂੰ, ਸੋ ਜਿਹੜਾ ਸੱਚੇ ਸੌਦੇ ਦਾ ਐਡਾ ਵੱਡਾ ਸਾਧ, ਜਿਹਦੇ ਕੋਲ ਜਿਹੜਾ ਮਾਲਾ ਮਾਲ ਹੋਵੇ, ਹੂੰ, ਉਹ ਪੱਤਰਕਾਰਾਂ ਨੂੰ ਕਿਉਂ ਨਹੀਂ ਪਹੁੰਚ ਕਰੂਗਾ। ਬਿਲਕੁਲ, ਸੋ ਇੱਕ ਪੱਤਰਕਾਰ ਉੱਠਿਆ, ਰਾਮਚੰਦਰ ਛਤਰਪਤੀ, ਹਾਂਜੀ, ਜਿਹਨੇ ਬੇਬਾਕੀ ਨਾਲ ਉਸ ਦਾ ਸਾਰਾ ਪਰਦਾਫਾਸ਼ ਕੀਤਾ, ਬਿਲਕੁਲ, ਉਸ ਦਾ ਕਤਲ ਕੀਤਾ ਗਿਆ। ਸੋ ਇਹੋ ਜਿਹੇ ਹਾਲਾਤ ਨੇ। ਫਿਰ ਅਨੁਰਾਗ ਤ੍ਰਿਪਾਠੀ ਇੱਕ ਬਹੁਤ ਦਲੇਰ ਪੱਤਰਕਾਰ, ਜਿਸ ਨੇ ਜਾ ਕੇ ਸਾਰੇ ਡੇਰੇ ਦੀ ਪੂਰੀ ਰਿਪੋਰਟੇਜ ਕੀਤੀ ਹੈ ਤਹਿਲਕਾ ਲਈ, ਔਰ ਫਿਰ ਕਿਤਾਬ ਵੀ ਕੱਢੀ ਬਾਅਦ 'ਚ। ਉਸਨੇ ਦੱਸਿਆ ਕਿ ਉਸਨੇ ਇੱਥੋਂ ਤੱਕ ਕਿ ਹੌਸਲੇ ਖੁੱਲ੍ਹ ਗਏ ਕਿ ਕੁਰਬਾਨੀ ਰਸਤਾ ਖੜਾ ਕਰ ਲਿਆ ਹਥਿਆਰਬੰਦ ਲੋਕਾਂ ਦਾ। ਪਹਿਲੀ ਵਾਰ ਕੋਈ ਸੰਪਰਦਾ ਸੀ ਜਿਸ ਨੇ ਇਸ ਤਰੀਕੇ ਨਾਲ ਬੇਬਾਕੀ ਨਾਲ ਇਹੋ ਜਿਹਾ ਕੰਮ ਕੀਤਾ ਹੋਵੇ। ਸੋ ਮੈਂ ਸਮਝਦਾ ਕਿ ਜਿਹੜੀ ਉਹਦੀ ਚੜ੍ਹਾਈ ਹੋਈ ਹੈ, ਉਸ ਦੇ ਲਈ ਸਥਾਪਤੀ, ਮੀਡੀਆ, ਇਹ ਸਾਰੇ ਕਸੂਰਵਾਰ ਨੇ, ਸਮਾਜ ਵੀ ਉਹਨਾਂ ਹੀ ਕਸੂਰਵਾਰ ਹੈ, ਇਹ ਮੇਰਾ ਮੰਨਣਾ। ਜਿੱਥੋਂ ਤੱਕ ਰਾਜਨੀਤਿਕ ਤੌਰ ਤੇ ਸ਼ਾਇਦ ਹੀ ਗੱਲ ਹੈ, ਮੈਂ ਦੇਖਦਾ ਸੀ ਕਿ ਭਾਰਤ ਦੇ ਵਿੱਚ ਜੋ ਕੇਂਦਰੀ ਸਰਕਾਰ ਹੈ, ਬੇਸ਼ੱਕ ਕਾਂਗਰਸ ਦੀ ਰਹੀ ਹੈ, BJP ਦੀ ਰਹੀ ਹੈ, ਹਰਿਆਣਾ ਦੇ ਵਿੱਚ ਜਿੱਥੇ ਕਿ ਸਰਸਾ ਦੀ ਗੱਲ ਕਰਦੇ ਆ, ਉੱਥੋਂ ਦੇ ਜਿਹੜੇ ਮਿਨਿਸਟਰ ਇਨ ਪਾਵਰ ਨੇ, ਜਿਹੜੇ ਉਹਨਾਂ ਦੀ ਅਜੇ ਡੇਰੇ ਵਾਲੇ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਪਹਿਲਾਂ ਦੀਆਂ ਘਟਨਾਵਾਂ ਨੇ, ਕਿਸ ਤਰੀਕੇ ਨਾਲ ਉਹਦੇ ਜਨਮ ਦਿਨ 'ਤੇ ਇਕੱਠੇ ਹੋ ਕੇ ਉੱਥੇ ਪੈਸਿਆਂ ਦੀ ਝੜੀ ਲਾ ਦਿੱਤੀ, ਜਿਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਸੀ, ਉਹਦੇ ਅੱਗੇ ਬਾਰ-ਬਾਰ ਡਿੱਗ ਰਹੇ ਸੀ ਉਹਦੇ ਪੈਰਾਂ ਦੇ ਵਿੱਚ। ਉਹ ਗੱਲ ਮਿਸਾਲ ਸੀ ਕਿਸ ਤਰੀਕੇ ਨਾਲ ਲੋਕਾਂ ਨੂੰ ਜੋੜਨ ਲਈ ਪੋਲਿਟਿਕਸ ਵਰਤੀ ਜਾਂਦੀ ਹੈ। ਸਿਆਸਤਦਾਨ ਉੱਥੇ ਜਾਂਦੇ ਨੇ ਤੇ ਆਮ ਲੋਕ ਵੀ ਆਉਣਾ ਸ਼ੁਰੂ ਹੋ ਜਾਂਦੇ ਨੇ। ਸੋ ਜਿੱਥੋਂ ਤੱਕ ਇਸ ਸਾਰੇ ਡੇਰੇ ਦੀ ਜਿਹੜੀ ਕਰਤੂਤ ਇਸ ਬੰਦੇ ਨੇ ਜਿਸ ਹਿਸਾਬ ਨਾਲ ਵਿਗਾੜੀ, ਉਸ ਦੇ ਬਾਰੇ ਕੁਝ ਇੱਕ ਚਸ਼ਮਦੀਦ ਨੇ ਬੜੇ ਕਮਾਲ ਦੇ ਬਿਆਨ ਦਿੱਤੇ। ਮੈਂ ਥੋੜ੍ਹਾ ਜਿਹਾ ਉਹਨਾਂ ਦੇ ਹਵਾਲੇ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ 'ਤੇ ਆਵਾਂਗਾ। ਪਹਿਲੀ ਗੱਲ ਤਾਂ ਇਹ ਹੈ, ਖੱਟਾ ਸਿੰਘ ਇਸ ਦਾ ਡਰਾਈਵਰ ਰਿਹਾ। ਖੱਟਾ ਸਿੰਘ ਨੇ ਅੱਖੀਂ ਤੱਕੀਆਂ ਕਹਾਣੀਆਂ ਅੰਕਿਤ ਕੀਤੀਆਂ ਤੇ ਦੱਸਿਆ ਕਿ ਕਿਸ ਢੰਗ ਦੇ ਨਾਲ ਉਹਨੇ ਉਹ ਸਾਰੀਆਂ ਇਸ ਦੀਆਂ ਕਰਤੂਤਾਂ, ਜਿਨ੍ਹਾਂ ਦੇ ਵਿੱਚ ਇਹਨੇ ਨਿਪੁੰਸਕ ਬਣਾਏ ਲੋਕ, ਜਿਨ੍ਹਾਂ 'ਚ ਬਦਫੈਲੀਆਂ ਕੀਤੀਆਂ ਲੜਕੀਆਂ ਦੇ ਨਾਲ, ਉਹ ਸਾਰਾ ਕੁਝ ਜਿਹੜਾ ਜਿਸ ਤਰ੍ਹਾਂ ਹੁੰਦਾ ਸੀ, ਉਸ ਦਾ ਸਾਰੇ ਦਾ ਸਾਰਾ ਉਹਨੇ ਭਾਂਡਾ ਭੰਨਿਆ। ਦੇਖੋ ਗੱਲ ਅਸਲ ਹੈ ਕਿ ਆਪਾਂ ਸ਼ੁਰੂ ਉੱਥੋਂ ਕਰੀਏ ਜਦੋਂ ਪਹਿਲਾਂ ਗੁਮਨਾਮ ਚਿੱਠੀ ਬਾਹਰ ਆਉਂਦੀ ਹੈ। ਹਾਂਜੀ, ਲੋਕਾਂ 'ਚ ਇਸ ਦੇ ਪੈਰੋਕਾਰਾਂ ਨੇ ਭੁਲੇਖਾ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਗੁਮਨਾਮ ਚਿੱਠੀ ਦਾ ਆਧਾਰ ਤੇ ਕਾਰਵਾਈ ਕਿਵੇਂ ਹੋ ਸਕਦੀ ਹੈ। ਲੋਕਾਂ ਨੂੰ ਕਾਨੂੰਨ ਦਾ ਪਤਾ ਨਹੀਂਗਾ। ਗੁਮਨਾਮ ਚਿੱਠੀ ਦੇ ਆਧਾਰ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਜੀ। ਸਟੇਟ ਕੋਲ ਇੰਨੀ ਪਾਵਰ ਹੈ ਜਾਂ ਇੰਨੀ ਕਿ ਉਸ ਦੇ ਕੋਲ ਫੈਸਿਲਿਟੀ ਹੈ ਕਿ ਜੇ ਤੁਸੀਂ ਕੋਈ ਗੁਮਨਾਮ ਚਿੱਠੀ ਪਾਵੇ, ਸਿਰਫ ਲਿਖ ਕੇ ਸੋਰਸ ਰਿਪੋਰਟ, ਕੋਈ ਨਾਂ ਦੇਣ ਦੀ ਵੀ ਲੋੜ ਨਹੀਂ, ਵੇਰਵੇ ਦੇ ਦੇਵੇ। ਇਹ ਪੁਲਿਸ ਦਾ ਆਪਣਾ ਅਖਤਿਆਰ ਹੈ ਕਿ ਉਸ 'ਤੇ ਜਾਂਚ ਕਰੇ ਜਾਂ ਨਾ ਕਰੇ, ਪਰ ਜਾਂਚ ਕਰਨ ਦਾ ਉਸ ਤੋਂ ਪੂਰਾ ਹੱਕ ਆ ਜੀ। ਸੋ ਇਸ ਕਰਕੇ ਗੁਮਨਾਮ ਚਿੱਠੀ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਹੋਈ ਹੈ, ਕੋਈ ਇਹਦੀ ਹੈਰਾਨੀ ਵਾਲੀ ਗੱਲ ਨਹੀਂ ਸੀ। ਪਰ ਗੱਲ ਇਹ ਦੇਖਣ ਵਾਲੀ ਹੈ ਕਿ ਲੋਕਾਂ ਨੇ, ਕਈਆਂ ਨੇ ਇਮਾਨਦਾਰੀ ਨਾਲ ਕੰਮ ਉਸ 'ਤੇ ਕੀਤਾ। ਜਿਹੜੇ ਜੱਜ ਨੇ ਸਜ਼ਾ ਦਿੱਤੀ, ਉਸ ਦੀ ਵੀ ਇਮਾਨਦਾਰੀ, ਜਗਦੀਪ ਸਿੰਘ, ਉਸ ਦੀ ਗੱਲ ਕਰਨੀ ਬਣਦੀ ਹੈ। ਰਾਮਚੰਦਰ ਛਤਰਪਤੀ ਵਰਗੇ ਪੱਤਰਕਾਰ ਦੀ ਗੱਲ ਕਰਨੀ ਬਣਦੀ ਹੈ, ਉਹਨਾਂ ਦੀ ਸ਼ਹਾਦਤ, ਹਾਂ, ਜਿਹਨਾਂ ਅਫਸਰਾਂ ਨੇ ਵੀ ਲੱਗ ਕੇ ਇਨਕੁਆਇਰੀਆਂ ਕੀਤੀਆਂ। ਬਿਲਕੁਲ। ਸੋ ਕਿਤੇ ਨਾ ਕਿਤੇ ਗੱਲ ਜਾ ਕੇ ਕਿਸੇ ਕੰਡੇ ਲੱਗੀ।
ਪਰ ਜਿਹੜਾ ਸਭ ਤੋਂ ਵੱਡਾ ਜਿਹੜਾ ਸੀਗਾ ਗ੍ਰਾਸ ਰੂਟ ਤੇ ਜਿਹੜੇ ਲੋਕ ਕੰਮ ਕਰ ਰਹੇ ਸੀਗੇ ਨਿੱਠ ਕੇ, ਹਾਂ, ਉਹਨਾਂ ਦੀ ਇਮਾਨਦਾਰੀ ਜਿਹੜੀ ਹੈ ਜਿਸ ਦੇ ਕਰਕੇ ਉਹ ਰੰਗ ਲੈ ਕੇ ਆਈ, ਉਹਨਾਂ ਦੀ ਇਮਾਨਦਾਰੀ, ਉਹਨਾਂ ਦੀ ਮਿਹਨਤ ਜੀ। ਪਰ ਪੈਰ ਪੈਰ ਤੇ ਉਹਨਾਂ ਨੂੰ ਮੁਸ਼ਕਲਾਂ ਬਹੁਤ ਆਈਆਂ। ਸੋ ਇਹ ਜੋ ਕੁਝ ਚੱਲ ਰਿਹਾ ਸੀਗਾ ਕਿ ਲੋਕਾਂ ਨੂੰ ਨਪੁੰਸਕ ਬਣਾਉਣਾ, ਇੱਕ ਤਾਂ ਦੇਖੋ ਇਹ ਸੀਗਾ ਕਿ ਜਿਹੜੇ ਇਹ ਲੋਕ ਨੇ ਵਿਸ਼ਵਾਸ ਪਾਤਰ ਬਣਾ ਕੇ ਉਹਨਾਂ ਨਾਲ ਕੀਤਾ ਗਿਆ, ਇਹੋ ਜਿਹੇ ਹਾਲਾਤ ਪੈਦਾ ਕਰ ਦੋ ਕਿ ਇਹ ਹਿੱਲ ਨਾ ਸਕਣ, ਹਾਂਜੀ, ਇਹ ਮੇਰੇ ਤੇ ਨਿਰਭਰ ਹੋ ਕੇ ਰਹਿ ਜਾਣ ਜੀ। ਦੂਸਰਾ ਜ਼ਾਹਿਰ ਤੌਰ ਤੇ ਇੱਕ ਜਿਵੇਂ ਹੁੰਦਾ ਨਾ ਕਿ ਤੁਹਾਡੇ 'ਚ ਤੁਸੀਂ ਮਰਦ ਹੋ, ਇੱਕ ਖਾਸ ਕਿਸਮ ਦੀ ਮਾਨਸਿਕਤਾ ਹੁੰਦੀ ਹੈ ਹਾਂਜੀ, ਕਿ ਜਿਹੜੀ ਔਰਤਾਂ ਮੇਰੇ ਨਾਲ ਤੁਰੀਆਂ ਫਿਰਦੀਆਂ ਇਹ ਕਿਸੇ ਹੋਰ ਨਾਲ ਨਾ ਸੰਗ ਕਰ ਸਕਣ। ਬਿਲਕੁਲ ਬਿਲਕੁਲ। ਸੋ ਘਟੀਆ ਕਿਸਮ ਦੀ ਮਾਨਸਿਕਤਾ ਨੂੰ ਕੀ ਕਿਹਾ ਜਾ ਸਕਦਾ? ਇਹ ਜੀ ਪਖੰਡੀ ਦੀ ਇਹ ਮਾਨਸਿਕਤਾ ਵੀ ਸੀ ਜਿਸ ਦੀ ਕਰਤੂਤਾਂ ਬਾਅਦ 'ਚ ਸਾਹਮਣੇ ਵੀ ਆਈਆਂ। ਇਸ ਤਰ੍ਹਾਂ ਇਹਨੇ ਕਾਇਮ ਕੀਤਾ ਆਪਣਾ ਮਾਹੌਲ। ਉਸ ਦੇ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਹੋਰ ਹੋਈ ਕਿ ਜਿਵੇਂ ਜਿਸ ਤਰੀਕੇ ਨਾਲ ਰਣਜੀਤ ਜਿਹੜਾ ਇਹਦਾ ਮੈਨੇਜਰ ਸੀ ਉਸ ਦਾ ਕਤਲ ਕੀਤਾ ਜਾਣਾ, ਹੋਰਾਂ ਦੇ ਕਤਲ ਕੀਤੇ ਜਾਣੇ, ਉਹ ਅੰਦਰ ਜਿਹੜੇ ਮਰਡਰ ਕਈਆਂ ਦੀ ਜਾਂਚ ਵੀ ਨਹੀਂ, ਖਪਾ ਦਿੱਤੇ ਗਏ, ਖਤਮ ਕਰ ਦਿੱਤੇ ਗਏ। ਤੇ ਉੱਥੇ ਬਕਾਇਦਾ ਤੌਰ ਤੇ ਇਹ ਸਾਰਾ ਸਿਲਸਿਲਾ ਸੀ ਕਿ ਹਥਿਆਰਬੰਦ ਆਪਣਾ ਸਿਸਟਮ ਕਾਇਮ ਕਰਕੇ ਜਿਹੜਾ ਵੀ ਵਿਅਕਤੀ ਸੀ ਉਹਨੂੰ ਆਦੇਸ਼ ਦਿੱਤਾ ਜਾਂਦਾ ਸੀ ਕਿ ਤੂੰ ਇਹ ਫਲਾਣੇ ਵਿਅਕਤੀ ਨੂੰ ਖਤਮ ਕਰ ਦੇਣਾ। ਜਿਵੇਂ ਮੀਡੀਆ ਦੀ ਤੁਸੀਂ ਗੱਲ ਕੀਤੀ ਹੈ, ਅੰਸ਼ੁਲ ਛਤਰਪਤੀ ਨਾਲ ਤੁਹਾਡੀ ਵੀ ਬਹੁਤ ਵਾਰ ਗੱਲਬਾਤ ਹੋਈ ਤੇ ਉਹਨਾਂ ਨੇ ਜਿਵੇਂ ਆਪਾਂ ਨੂੰ ਬਾਰ-ਬਾਰ ਦੱਸਿਆ ਕਿ ਕਿਵੇਂ ਉਹਨਾਂ ਦੇ ਪਿਤਾ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਜਦੋਂ ਉਹਨਾਂ ਨੇ ਝੂਠੇ ਸੌਦੇ ਨੂੰ ਨੰਗਾ ਕੀਤਾ, ਜਿਹੜੀ ਉਹਨਾਂ ਦੀ ਅਖਬਾਰ ਸੀ ਜਿਹੜੀ ਪੂਰਾ ਸੱਚ ਉੱਥੋਂ ਪ੍ਰਕਾਸ਼ਿਤ ਦਲੇਰੀ ਨਾਲ, ਤੇ ਫਿਰ ਪਹਿਲੇ ਤੈਅ ਕਰ ਲਿਆ ਸੀ ਵੀ ਇਸ ਵਿਅਕਤੀ ਨੂੰ ਮਾਰਨਾ ਤੇ ਉਹਦੇ ਬਕਾਇਦਾ ਤੌਰ ਤੇ ਉਹਦੇ ਸਬੂਤ ਮਿਲੇ ਜਿਨ੍ਹਾਂ ਦੇ ਆਧਾਰ ਤੇ ਬਾਅਦ ਚ ਕਾਰਵਾਈ ਹੋਈ। ਦੇਖੋ ਜਿਹੜਾ ਅਫਸੋਸ ਜਿਹੜਾ ਸਿਤਮ ਜ਼ਰੀਫੀ ਕਹਿ ਸਕਦੇ ਹਾਂ ਆਪਾਂ, ਜਦੋਂ ਪਹਿਲਾਂ ਸਾਡੇ ਸਾਹਮਣੇ ਆ ਰਿਹਾ ਕਿ ਔਰਤਾਂ ਨਾਲ ਬਦਫੈਲੀਆਂ ਹੋ ਰਹੀਆਂ, ਹਾਂਜੀ, ਸਮਾਜ ਵਿੱਚ ਉਦੋਂ ਹੀ ਇੱਕ ਰੋਹ ਪੈਦਾ ਹੋਣਾ ਚਾਹੀਦਾ ਸੀ ਜੀ, ਸਮਾਜ ਨੂੰ ਹਰਕਤ 'ਚ ਆਉਣਾ ਚਾਹੀਦਾ ਸੀਗਾ। ਇੱਕ ਗਤੀਸ਼ੀਲਤਾ ਦੀ ਘਾਟ ਕਿਤੇ ਨਾ ਕਿਤੇ ਮਹਿਸੂਸ ਹੋ ਰਹੀ। ਉਦੋਂ ਲੋਕ ਜੋ ਰੋਜ਼ ਜ਼ਿਆਦਾ ਆਏ ਜਦੋਂ ਉਸਨੇ ਪਖੰਡ ਕੀਤਾ, ਗੁਰੂ ਗੋਬਿੰਦ ਸਿੰਘ ਵਰਗਾ ਸਵਾਂਗ ਰਚਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਤਲਵਾਰਾਂ ਵੀ ਬਾਹਰ ਮੈਦਾਨ 'ਚੋਂ ਆ ਗਈਆਂ। ਜਿਹੜੇ ਅਕਾਲੀ ਦਲ ਵਾਲੇ, ਦੇਖੋ ਇੱਕ ਦੌਰ ਸੀਗਾ ਜਦੋਂ ਇਸ ਦੇ ਖਿਲਾਫ ਇਨਕੁਆਇਰੀਆਂ ਸ਼ੁਰੂ ਹੋਈਆਂ ਤੇ ਚੰਡੀਗੜ੍ਹ 'ਚ ਬਹੁਤ ਵੱਡਾ ਇਕੱਠ ਹੋਇਆ ਜੀ, ਲੋਕਾਂ ਦਾ ਠਾਠਾ ਮਾਰਦਾ ਸਮੁੰਦਰ, ਅਕਾਲੀ ਵੀ ਵਿੱਚ ਤੁਰੇ ਫਿਰਦੇ ਸੀਗੇ। ਉਦੋਂ ਅਕਾਲੀ ਆਗੂ ਗੋਬਿੰਦ ਸਿੰਘ ਮੇਰਾ ਖਿਆਲ ਲੌਂਗੋਵਾਲ ਨਾਂ ਉਹਨਾਂ ਦਾ, ਤੇ ਮੈਂ ਉਹਨਾਂ ਦਾ ਇੰਟਰਵਿਊ ਵੀ ਕੀਤਾ ਸੀਗਾ। ਉਹਨੂੰ ਪੁੱਛਿਆ ਵੀ ਤੁਸੀਂ ਕੀ ਕਰਨ ਗਏ ਸੀ ਉੱਥੇ? ਉਹਨਾਂ ਦੀ ਦਲੀਲ ਸੀ ਕਿ ਵੀ ਕਈ ਵਾਰੀ ਕੇਸ ਝੂਠੇ ਬਣਾ ਲਏ ਜਾਂਦੇ, ਬਾਬੇ ਨੂੰ ਬਦਨਾਮ ਕੀਤਾ ਜਾ ਰਿਹਾ, 84 ਦਾ ਇਨਸਾਫ ਨਹੀਂ ਹੋਇਆ ਤੇ ਇਹਨਾਂ ਨੂੰ ਕੀ ਮਤਲਬ ਅਜੀਬ ਜੀ ਗੱਲਾਂ ਜੀ ਜੀ। ਹੁਣ ਬਾਅਦ 'ਚ ਉਹੀ ਅਕਾਲੀ ਦਲ ਵਾਲੇ ਇਹਨਾਂ ਤੋਂ ਔਖੇ ਹੋ ਗਏ ਜਦੋਂ ਉਸਨੇ ਸਵਾਂਗ ਰਚਾਇਆ ਜੀ ਜੀ। ਹੁਣ ਇੱਕ ਸਵਾਲ ਤਾਂ ਕਰਨਾ ਬਣਦਾ ਹੀ ਹੈ ਨਾ ਕਿ ਜਦੋਂ ਔਰਤਾਂ ਦੀ ਬੇਪਤੀਆਂ ਹੋ ਰਹੀਆਂ ਜੀ, ਤੁਸੀਂ ਇਗਨੋਰ ਕਰਦੇ ਰਹੇ, ਤੁਹਾਡੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚ ਗਈ, ਤੁਸੀਂ ਫਟਾਫਟ ਲੋਹੇ ਲਾਖੇ ਹੋ ਗਏ ਜੀ ਕਿ ਤੁਹਾਡੀ ਮਤਲਬ ਤੁਸੀਂ ਇੰਨੇ ਕਮਜ਼ੋਰ ਦਿਲ ਦੇ ਲੋਕ। ਪਹਿਲੀ ਗੱਲ ਜੇ ਉਹਨੇ ਸਵਾਂਗ ਰਚਾ ਵੀ ਲਿਆ ਕਿ ਗੁਰੂ ਗੋਬਿੰਦ ਸਿੰਘ ਬਣ ਸਕਦਾ, ਉਹ ਬਿਲਕੁਲ ਤੁਲਨਾ ਕਰ ਸਕਦਾ ਉਹਨਾਂ ਦੀ। ਜਿਵੇਂ ਰਣਜੀਤ ਸਿੰਘ ਕੁੱਕੀ ਦੇ ਮੈਨੂੰ ਕਥਨ ਯਾਦ ਆਉਂਦੇ, ਮੈਂ ਇੰਟਰਵਿਊ ਕੀਤਾ, ਬਹੁਤ ਸੁਹਿਰਦ ਨੌਜਵਾਨ ਹੈ ਜਿਹੜਾ ਖਾੜਕੂ ਲਹਿਰ 'ਚ ਮੋਹਰੀ ਕਤਾਰ 'ਚ ਸੀ। ਉਸ ਦਾ ਕਹਿਣਾ ਸੀ ਜੇ ਗਿੱਦੜ ਸ਼ੇਰ ਦੀ ਖੱਲ ਪਾ ਲਵੇ ਉਹ ਸ਼ੇਰ ਨਹੀਂ ਬਣ ਸਕਦਾ ਜੀ, ਕਿਸੇ ਬਹਿਕਾਵੇ 'ਚ ਆ ਕੇ ਕਿਸੇ ਗਲਤ ਪਾਸੇ ਨੂੰ ਤੁਰ ਜਾਇਓ। ਨੌਜਵਾਨਾਂ ਨੂੰ ਦੂਰ ਰੱਖਣ ਦੀ ਉਸਨੇ ਕੋਸ਼ਿਸ਼ ਕੀਤੀ ਕਿ ਇਹਨਾਂ ਹਾਲਾਤ ਵਿੱਚ ਹੀ ਪੰਜਾਬ ਦੇ ਹਾਲਾਤ ਖਰਾਬ ਹੋਏ ਸੀ ਜਦੋਂ ਨਿਰੰਕਾਰੀ ਦੇ ਡੇਰੇ ਮੁਖੀ ਨੇ ਇਹੋ ਜਿਹੀਆਂ ਕਰਤੂਤਾਂ ਗੁਰੂ ਸਾਹਿਬ ਦੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਸੋ ਆਪਣੇ ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਮਤਲਬ ਕਹਿਣ ਦਾ ਮੈਂ ਤਾਂ ਤੁਹਾਨੂੰ ਗੱਲ ਕਹਿ ਰਿਹਾ ਕਿ ਜਦੋਂ ਹਕੀਕਤ ਵਿੱਚ ਇੰਨਾ ਕੁਝ ਜ਼ੁਲਮੋ ਸਿਤਮ ਹੋ ਰਿਹਾ, ਸਮਾਜ ਉੱਤੇ ਕੋਈ ਕਾਰਵਾਈ ਨਾ ਕਰੇ, ਤੁਹਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ, ਤੁਸੀਂ ਉਸ ਵੇਲੇ ਤੁਸੀਂ ਕਹੋ ਜੀ ਹੁਣ ਅਸੀਂ ਆਪੇ ਤੋਂ ਬਾਹਰ ਹੋ ਗਏ, ਫਿਰ ਤੁਹਾਨੂੰ ਵੀ ਲੋਕਾਂ ਨੂੰ ਪੜਚੋਲ ਆਪਣੀ ਕਰਨੀ ਪਊਗੀ। ਫਿਰ ਉਹਦੇ 'ਚ ਦੂਸਰੀ ਗੱਲ ਇਹ ਵੀ ਸੀ ਕਿ ਜਿਸ ਵਿਅਕਤੀ ਨੇ ਪਹਿਲਾਂ ਸ਼ਿਕਾਇਤ ਕੀਤੀ, ਉਸ ਦੀ ਸ਼ਿਕਾਇਤ ਹੋਈ, ਕਾਰਵਾਈ ਸ਼ੁਰੂ ਹੋਈ, ਉਹਨੇ ਸ਼ਿਕਾਇਤ ਵਾਪਸ ਕਿਵੇਂ ਲਈ, ਫਿਰ ਉਹਦੇ ਤੇ ਕੀ ਦਬਾਅ ਪਿਆ, ਉਹਨੇ ਉਸ ਗੱਲ ਨੂੰ ਬਿਆਨ ਬਦਲ ਲਏ, ਬਾਅਦ ਦੇ ਵਿੱਚ ਫਿਰ ਬਿਆਨ ਸ਼ੁਰੂ ਹੋਏ। ਪਰ ਇਹ ਗੱਲ ਤਾਂ ਪਹਿਲਾਂ ਹੀ ਤੈਅ ਸੀ ਜਿੱਦਣ ਉਹਦੀਆਂ ਗੁਮਨਾਮ ਚਿੱਠੀਆਂ ਆਉਣੀਆਂ ਸ਼ੁਰੂ ਹੋਈਆਂ, ਯਕੀਨਨ ਤੌਰ ਤੇ ਇਹ ਗੱਲ ਸਪਸ਼ਟ ਸੀ ਕਿ ਉਸ ਵਿਅਕਤੀ ਦੀ ਚਰਚਾ ਹੋ ਰਹੀ ਸੀ ਕਿ ਉਹ ਇਹੋ ਜਿਹਾ ਇੱਕ ਕਾਇਮ ਕਰ ਰਿਹਾ ਆਪਣਾ ਐਮਪਾਇਰ ਜਿਹੜਾ ਕਿ ਹਰ ਕਿਸਮ ਦੀ ਜਿਹੜੀ ਆ ਉਹਦੇ ਵਿੱਚ ਬਦਫੈਲੀ ਹੋ ਰਹੀ ਹੈ, ਹਰ ਕਿਸਮ ਦੀ ਧੱਕੇਸ਼ਾਹੀ ਹੋ ਰਹੀ ਹੈ। ਪਰ ਹੈਰਾਨੀ ਵਾਲੀ ਗੱਲ ਸੀ ਕਿ ਵੋਟਾਂ ਦੇ ਲਾਲਚ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਇੱਕ ਸਿਲਸਿਲਾ ਚੱਲਿਆ ਕਿ ਰਾਜਨੀਤਿਕ ਤੌਰ ਤੇ ਇਹਦੇ ਕੋਲ ਜਾਓ ਤੇ ਭੁੱਲ ਜਾਓ ਕਿ ਇਹ ਵਿਅਕਤੀ ਜਿਹੜਾ ਕਿੰਨਾ ਮਰਜ਼ੀ ਭੈੜਾ। ਹੁਣ ਇਹ ਗੱਲ ਨੂੰ ਤਾਂ ਪਹਿਲੇ ਦਿਨ ਤੋਂ ਤੈਅ ਹੋਣਾ ਚਾਹੀਦਾ ਸੀ, ਉਸ ਦਿਨ ਤੋਂ ਲੈ ਕੇ ਜਿੰਨੇ ਵੀ ਲੋਕ ਜਿੰਨੀਆਂ ਪਾਰਟੀਆਂ ਗਈਆਂ ਨੇ ਉਹ ਬਰਾਬਰ ਦੀਆਂ ਦੋਸ਼ੀ ਨੇ, ਬਿਲਕੁਲ ਦੋਸ਼ੀ ਨੇ। ਹੁਣ ਜਿਵੇਂ ਹਰਦੇਵ ਅਰਸ਼ੀ ਦੀ ਮਿਸਾਲ ਮੈਂ ਦਿੱਤੀ ਹੈ, ਮਿਸਾਲਾਂ ਤੇ ਬਹੁਤ ਨੇ ਜੀ, ਪ੍ਰਕਾਸ਼ ਸਿੰਘ ਬਾਦਲ ਦੀ ਖੁਦ ਦੀ ਮਿਸਾਲ ਹੈ, ਬਾਕੀਆਂ ਦੀ ਹੈ, ਪਰ ਹਰਦੇਵ ਅਰਸ਼ੀ ਦੀ ਮੈਂ ਗੱਲ ਤਾਂ ਜ਼ੋਰ ਦੇ ਕੇ ਕਹਿਣੀ ਚਾਹੁੰਦਾ। ਹਾਂਜੀ, ਇੱਕ ਪਾਸੇ ਤੁਹਾਡੇ ਲੈਫਟ ਦੇ ਲੋਕ ਉਸ ਦਾ ਚਿਹਰਾ ਨੰਗਾ ਕਰਨ ਵਾਸਤੇ ਜਾਨ ਤਲੀ ਤੇ ਧਰ ਕੇ ਤੁਰੇ ਫਿਰਨ ਤੇ ਤੁਸੀਂ ਜਾ ਕੇ ਵੋਟਾਂ ਦੀ ਭੀਖ ਮੰਗ ਲਵੋ, ਔਰ ਫਿਰ ਜਸਟੀਫਾਈ ਕਰ ਰਹੇ ਲੋਕ ਉਹਨਾਂ ਕੋਲ ਆਉਂਦੇ ਨੇ। ਜੇ ਲੋਕ ਆਉਂਦੇ ਨੇ ਫਿਰ ਠੀਕ ਹੈ, ਦਰਬਾਰ ਸਾਹਿਬ ਵੀ ਜਾਓ, ਉੱਥੇ ਵੀ ਜਾ ਕੇ ਇਲੈਕਸ਼ਨਾਂ ਵਿੱਚ ਵੋਟਾਂ ਮੰਗੋ, ਉੱਥੇ ਤਾਂ ਸਗੋਂ ਸੰਗਤ ਕਿਤੇ ਵੱਧ ਜਾਂਦੀ ਹੈ ਜੀ।
ਮਤਲਬ ਕਹਿਣ ਦਾ ਕਿ ਕੋਈ ਦਲੀਲ ਹੈ ਨਹੀਂ ਇਸ ਗੱਲ ਦੇ ਵਿੱਚ। ਹਾਂਜੀ ਜੇ ਸਮਾਜ ਜਾਂ ਜਿਹੜਾ ਮੁਲਕ ਕਹਿੰਦਾ ਕਿ ਸਾਡਾ ਸੰਵਿਧਾਨ ਸਾਇੰਟੀਫਿਕ ਟੈਂਪਰਾਮੈਂਟ ਦੀ ਗੱਲ ਕਰਦਾ, ਉੱਥੇ ਤੁਹਾਨੂੰ ਲੋੜ ਕੀ ਬਾਬੇ ਕੋਲ ਜਾਣ ਦੀ? ਇਹ ਠੀਕ ਹੈ ਕਿ ਬਾਬੇ ਦੇ ਪੈਰੋਕਾਰ ਬਹੁਤ ਨੇ, ਬਾਬੇ ਦੀ ਫੋਲੋਇੰਗ ਬਹੁਤ ਹੈ, ਤੁਹਾਨੂੰ ਡੇਰੇ ਜਾਣ ਦੀ ਕੋਈ ਲੋੜ ਹੀ ਨਹੀਂ। ਇਹ ਤਾਂ ਪਤਾ ਹੀ ਹੁੰਦਾ ਨਾ ਕਿਹੜੇ ਮਹੱਲੇ, ਕਿਹੜੇ ਗਲੀ, ਕਿਹੜੇ ਪਿੰਡ 'ਚ ਜ਼ਿਆਦਾ ਉਹਨਾਂ ਲੋਕਾਂ ਦੀ ਵਸੋਂ ਹੈ ਜਿਹੜੇ ਉਸ ਦੇ ਪੈਰੋਕਾਰ ਨੇ, ਤੁਸੀਂ ਉੱਥੇ ਚੱਲ ਜਾਓ। ਲੋਕਾਂ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ। ਜ਼ਰੂਰੀ ਕਿ ਡੇਰੇ ਜਾ ਕੇ ਉਹਨੂੰ ਮੋਹਰ ਲਾਉਣੀ ਕਿ ਵੀ ਜੋ ਕੰਮ ਕਰ ਰਿਹਾ ਬੜਾ ਵਧੀਆ ਕਰ ਰਿਹਾ। ਪਰ ਇਹਦੇ 'ਚ ਰਾਜਨੀਤਿਕ ਤੌਰ ਤੇ ਇੱਕ ਗੱਲ ਬੜੀ ਚਰਚਾ ਚੱਲੀ ਹੈ ਕਿ ਉਹਨੇ ਕੁਝ ਭੰਗੀਦਾਸ ਬਣਾਏ ਹੋਏ ਸੀ, ਇਲਾਕੇ ਵੰਡੇ ਸੀ, ਇਲਾਕੇ ਵੰਡ ਕੇ ਕਿਹਾ ਸੀ ਇਹ ਭੰਗੀਦਾਸ ਨਿਸ਼ਚਿਤ ਕਰਨਗੇ, ਤੇ ਉਹ ਐਲਾਨੀਆਂ ਤੌਰ ਤੇ ਵੀ ਇਹ ਆਖਦਾ ਸੀ ਕਿ ਕਿਹੜੇ ਰਾਜਨੀਤਿਕ ਪਾਰਟੀ ਨੂੰ ਤੁਸੀਂ ਸਪੋਰਟ ਕਰਨੀ ਹੈ, ਕਿਹਨੂੰ ਨਹੀਂ ਸਪੋਰਟ ਕਰਨੀ। ਅਮਰੀਕਾ, ਕੈਨੇਡਾ, ਇੱਥੇ ਵੀ ਜਿਹੜੇ ਉਹਦੇ ਭੰਗੀਦਾਸ ਨੇ, ਜਦੋਂ ਜਿਸ ਕਿਸਮ ਦਾ ਉਹਦਾ ਸਿਲਸਿਲਾ ਚੱਲਿਆ ਉਸ ਨੂੰ ਪ੍ਰਮੋਟ ਕਰਨ। ਮੈਨੂੰ ਯਾਦ ਹੈ ਕਿ ਮੀਡੀਆ 'ਚ ਜਦੋਂ ਅਸੀਂ ਗੱਲ ਕਰਨੀ ਤੇ ਉਹਨਾਂ ਭੰਗੀਦਾਸ ਨੇ ਇਹ ਬਾਰ-ਬਾਰ ਕਹਿਣਾ ਜੇ ਨਹੀਂ ਜੀ ਇਹ ਗਲਤ ਪ੍ਰਚਾਰ ਹੋ ਰਿਹਾ। ਉਹ ਤਾਂ ਬਿਲਕੁਲ ਠੀਕ ਹੈ, ਉਸ ਨੇ ਕੋਈ ਇਹੋ ਜਿਹੀ ਕਰਤੂਤ ਹੀ ਨਹੀਂ ਕੀਤੀ। ਉਹਨਾਂ ਨੇ ਮੈਨੇਜਮੈਂਟਾਂ ਤੱਕ ਪਹੁੰਚ ਕਰਨੀ, ਉਹਨਾਂ ਨੇ ਹਰ ਤਾਕਤ ਹਰਬਾ ਵਰਤਣਾ, ਤੇ ਅੱਜ ਉਹ ਨੰਗੇ ਹੋ ਗਏ ਨੇ। ਜਦੋਂ ਅੱਜ FIR ਦੇ ਵਿੱਚ ਸਾਧ ਦਾ ਨਾਮ ਹੈ, ਉਹਦੇ ਚੇਲੇ ਸਪਸ਼ਟ ਰੂਪ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਆਪ ਇਹ ਗੱਲ ਖੁਦ ਤਸਲੀਮ ਕਰ ਰਹੇ ਨੇ ਕਿ ਅਸੀਂ ਇਹ ਸਾਰਾ ਕੁਝ ਕੀਤਾ। ਤੇ ਮੈਨੂੰ ਲੱਗਦਾ ਕਿ ਉਹ ਸਾਰਾ ਜਿਹੜਾ ਸਿਲਸਿਲਾ ਸੀ, ਉਹ ਜਿਹੜਾ ਉਹਨੇ ਖੜਾ ਕੀਤਾ ਸੀ ਭੰਗੀਦਾਸਾਂ ਦਾ ਆਪਣਾ, ਉਹ ਇਸੇ ਗੱਲ ਦਾ ਸਬੂਤ ਸੀ ਕਿ ਲੋਕਾਂ ਨੂੰ ਗੁੰਮਰਾਹ ਕਿਵੇਂ ਕਰਨਾ। ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਕਿ ਅਸੀਂ ਵੀ ਇਸ ਚੀਜ਼ ਨੂੰ ਫੇਸ ਕੀਤਾ ਇੱਥੇ ਜੀ। ਉਹਦੇ ਜਿਹੜੇ ਕਈ ਭੰਗੀਦਾਸ ਤੁਰੇ ਫਿਰਦੇ ਇੱਧਰ ਵੀ, ਉਹਨਾਂ ਨੂੰ ਵੀ ਬੜੀ ਤਕਲੀਫ ਸੀ ਕਿ ਰੇਡੀਓ ਦੇ ਉੱਤੇ ਬਾਬੇ ਦੇ ਖਿਲਾਫ ਗੱਲ ਕਿਉਂ ਹੋ ਰਹੀ ਹੈ। ਉਹਨਾਂ ਨੇ ਸਾਡੇ ਨਾਲ ਕਈ ਵਾਰੀ ਪੁੱਠਾ ਸਿੱਧਾ ਵੀ ਬੋਲਣਾ। ਅਸੀਂ ਉਹਨਾਂ ਨੂੰ ਕਹਿਣਾ ਅਸੀਂ ਲੌਜਿਕ ਨਾਲ ਗੱਲ ਕਰ ਰਹੇ ਹਾਂ, ਤੁਸੀਂ ਲੌਜਿਕ ਨਾਲ ਗੱਲ ਕਰੋ। ਤੁਸੀਂ ਜਮ ਬਾਬੇ ਨੂੰ ਮੰਨੋ, ਪਰ ਤੁਸੀਂ ਇਹ ਤਾਂ ਨਾ ਕਹੋ ਕਿ ਅਸੀਂ ਆਲੋਚਨਾ ਹੀ ਨਹੀਂ ਕਰ ਸਕਦੇ ਜੀ। ਆਖਰ ਉਹ ਵੀ ਇਨਸਾਨ ਹੈ, ਉਹ ਕਿਹੜਾ ਪੈਗੰਬਰ ਹੈ ਜੀ। ਤੇ ਇੱਥੇ ਤਾਂ ਇੱਥੋਂ ਦੇ ਸਮਾਜ 'ਚ ਤਾਂ ਪੈਗੰਬਰਾਂ ਦੀ ਵੀ ਆਲੋਚਨਾ ਹੋ ਜਾਂਦੀ ਹੈ, ਤੇ ਇਹ ਕਿਹੜੇ ਬਾਗ ਦੀ ਮੂਲੀ ਹੈ। ਸਾਡਾ ਫਰਜ਼ ਬਣਦਾ, ਜੋ ਲੋਕਾਂ ਦੀ ਸ਼ਿਕਾਇਤਾਂ ਆਈਆਂ, ਇੱਕ ਪੱਤਰਕਾਰ ਦਾ ਕਤਲ ਹੋਇਆ, ਤੁਸੀਂ ਮਤਲਬ ਅੰਨੇ ਭਗਤ ਬਣ ਕੇ ਸਾਨੂੰ ਮੱਤਾਂ ਦਿੰਦੇ ਹੋ ਕਿ ਤੁਸੀਂ ਗੱਲ ਨਹੀਂ ਕਰ ਸਕਦੇ। ਸੋ ਇਹ ਇੱਕ ਮਾਨਸਿਕ ਕੋੜ ਹੀ ਕਿਹਾ ਜਾ ਸਕਦਾ। ਵੇਖੋ ਤੁਹਾਨੂੰ ਹੱਕ ਹੈ ਆਪਣੇ ਅਕੀਦੇ ਨੂੰ ਮੰਨਣ ਦਾ। ਅਸੀਂ ਆਪ ਕਹਿੰਦੇ ਕਿ ਜਦੋਂ ਸੱਚੇ ਸੌਦੇ ਦੇ ਵਿਚਾਲੇ ਜਾਂ ਸਿੱਖ ਭਾਈਚਾਰੇ 'ਚ ਟਕਰਾਅ ਦੀ ਸਥਿਤੀ ਪੈਦਾ ਹੋਈ ਸੀ, ਅਸੀਂ ਆਪ ਮਹਿਸੂਸ ਕਰਦੇ ਹਾਂ ਕਿ ਤੁਹਾਨੂੰ ਇੱਕ ਦੂਜੇ ਨੂੰ ਸਪੇਸ ਦੇਣੀ ਚਾਹੀਦੀ ਹੈ। ਹਾਂਜੀ, ਰਿਸਪੈਕਟ ਦਿਓ। ਜਿਵੇਂ ਇੱਥੇ ਲੰਗਰ ਵਿਵਾਦ ਨੂੰ ਲੈ ਕੇ ਹੋਇਆ ਕਿ ਵੀ ਪਰਿਵਾਰ ਵੰਡੇ ਗਏ, ਅਸੀਂ ਕਹਿੰਦੇ ਵੀ ਵੰਡੀਆਂ ਪਾਉਣ ਦੀ ਲੋੜ ਹੀ ਨਹੀਂ ਤੁਹਾਨੂੰ, ਤੁਸੀਂ ਇਸ ਗੱਲ ਦਾ ਸਤਿਕਾਰ ਕਰੋ। ਠੀਕ ਹੈ, ਤੇ ਤੇਰੇ ਵਿਚਾਰ ਵੱਖਰੇ, ਮੇਰੇ ਵਿਚਾਰ ਵੱਖਰੇ। ਹਾਂਜੀ, ਜਿਹੜੀ ਹੁਣ ਨਾਮ ਚਰਚਾ ਹੁੰਦੀ ਕੋਈ ਇਸ ਤਰ੍ਹਾਂ ਦੀ, ਉਹਦੇ ਡਾਂਗਾ ਲੈ ਕੇ ਜਾਣਾ ਉਹ ਗਲਤ ਗੱਲ ਆ ਜੀ। ਪਰ ਜਿਹੜਾ ਡੇਰੇ ਦੇ ਮੁਖੀ ਨੇ ਜੋ ਕੁਕਰਮ ਕੀਤੇ ਨੇ, ਉਸ ਤੇ ਗੱਲ ਕਰਨੀ ਸਮਾਜ ਦੀ ਜ਼ਿੰਮੇਵਾਰੀ ਬਣਦੀ ਆ। ਜੇ ਕੋਈ ਚੇਲਾ ਚਾਰੜਾ ਉੱਠ ਕੇ ਸਾਨੂੰ ਆ ਕੇ ਘੂਰੇ, ਇਹ ਤੇ ਕੋਈ ਗੱਲ ਨਹੀਂ ਨਾ ਬਣਦੀ। ਇੱਥੇ ਹੁਣ ਕਹਿਣ ਨੂੰ ਤੇ ਅਖਬਾਰ ਨਿਕਲਦਾ ਜੀ ਅਸੀਂ ਬਾਬਿਆਂ ਦੇ ਬੜੇ ਖਿਲਾਫ ਆ, ਤੇ ਰਾਈਟ ਐਡੀਟਰ ਬਣਾਇਆ ਉਹ ਭੰਗੀਦਾਸ, ਜਿਹੜਾ ਬਾਬੇ ਦੇ ਗੋਗੇ ਗਾ ਰਿਹਾ ਇੱਥੇ ਜੀ। ਮਤਲਬ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹੋ? ਇੱਥੇ ਵੀ ਉਹਨਾਂ ਨੇ ਬੜੀ ਹੱਥ ਚੱਕੀ ਹੋਈ ਸੀ ਜੀ। ਅੱਜ ਕੱਲ੍ਹ ਪਤਾ ਨਹੀਂ ਕੀ ਕਿਹੜੀਆਂ ਐਕਟੀਵਿਟੀ 'ਚ ਸ਼ਾਮਲ ਨੇ, ਪਰ ਉਦੋਂ ਬੜੀ ਹੱਥ ਚੱਕੀ ਸੀ ਇਹਨਾਂ ਨੇ ਕਿ ਉਸ ਦੇ ਬਾਰੇ ਆਪਾਂ ਇੱਕ ਲਫ਼ਜ਼ ਨਹੀਂ ਸੁਣ ਸਕਦੇ ਜੀ, ਤੁਸੀਂ ਉਸ ਦੀ ਆਲੋਚਨਾ ਤੱਕ ਨਹੀਂ ਕਰ ਸਕਦੇ। ਸੋ ਇਸ ਕਿਸਮ ਦਾ ਉਦੋਂ ਚੱਲਦਾ ਰਿਹਾ। ਪਰ ਹੁਣ ਗੁਰਮੀਤ ਰਾਮ ਰਹੀਮ ਆਪ ਨੰਗਾ ਹੋ ਗਿਆ ਲੋਕਾਂ ਦੇ ਸਾਹਮਣੇ। ਬਿਲਕੁਲ, ਵੇਖੋ ਹੁਣ ਬਣਦਾ ਕੀ। ਬਿਲਕੁਲ ਉਹੀ ਗੱਲ ਹੈ ਕਿ ਜਿੱਦਣ ਗਏ ਬਾਣੀਏ ਤੇ ਉਧਰ ਗਏ ਵਪਾਰ। ਹੁਣ ਤਾਂ ਸਾਰਾ ਕੁਝ ਪ੍ਰਤੱਖ ਹੈ। ਪਰ ਸਮੱਸਿਆ ਇਹ ਹੈ ਕਿ ਜਿਹੜੀ ਗੱਲ ਪਹਿਲੇ ਸਟੈਪ ਤੇ ਸੀ, ਜਿਨ੍ਹਾਂ ਲੜਕੀਆਂ ਦੀ, ਜਿੱਥੋਂ ਤੁਸੀਂ ਗੱਲ ਗੁਮਨਾਮ ਚਿੱਠੀਆਂ ਦੀ ਸ਼ੁਰੂ ਕੀਤੀ ਹੈ, ਆਖਿਰਕਾਰ ਇੱਕ ਸਮਾਂ ਆਇਆ ਜਿੱਥੇ ਇਹਨੂੰ, ਇਸ ਦੁਸ਼ਟ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਮੇਰੇ ਵਾਸਤੇ ਕੋਈ ਕਿਤੇ ਕਾਰਵਾਈ ਹੋ ਸਕਦੀ ਹੈ ਮੇਰੇ ਖਿਲਾਫ, ਲੇਕਿਨ ਉਹ ਕਾਰਵਾਈ ਹੋਈ। ਉਹ ਦੌਰ ਦੇ ਵਿੱਚੋਂ ਹੀ ਜਿਹੜੀ ਦੂਸਰੀ ਗੱਲ ਸਾਹਮਣੇ ਆਈ ਕਿ ਪਹਿਲਾਂ ਇਸ ਨੇ ਇੱਕ ਹੋਰ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ, ਉਹ ਸੀ ਕਿ ਪੰਜਾਬ ਦੇ ਵਿੱਚ ਹਾਲਾਤ ਵਿਗਾੜਨੇ। ਹਾਲਾਤ ਵਿਗਾੜਨ ਦੇ ਲਈ ਸਿੱਖਾਂ ਦੇ ਅੰਦਰ ਵਿਰੋਧ, ਨਫ਼ਰਤ ਜਾਂ ਭੜਕਾਹਟ ਪੈਦਾ ਕਰਨ ਲਈ ਉਹ ਕੁਝ ਹੀ ਕਰਤੂਤ ਕੀਤੀ, ਜਿਹਦੇ ਨਾਲ ਮੈਨੂੰ ਲੱਗਦਾ ਕਿ ਦੁਨੀਆ ਦਾ ਕੋਈ ਵੀ ਸ਼ਖਸ ਜਿਹੜਾ ਹੈ ਉਸ ਦਾ ਦਿਲ ਵਰੁੰਦਰਿਆ ਜਾਏਗਾ। ਹੁਣ ਗੁਰੂ ਗ੍ਰੰਥ ਸਾਹਿਬ ਆ, ਗੁਰੂ ਗ੍ਰੰਥ ਸਾਹਿਬ ਬਾਣੀ ਹੈ, ਉਹ ਸਰੂਪ ਜਿਹੜਾ ਹੈ ਉਹ 'ਚ ਸ਼ਬਦ ਨੇ, ਉਹ 'ਚ ਕਬੀਰ ਜੀ ਦਾ ਸ਼ਬਦ ਵੀ ਹੈ, ਰਵਿਦਾਸ ਜੀ ਦਾ ਵੀ ਹੈ, ਉਹ 'ਚ ਗੁਰੂ ਨਾਨਕ ਸਾਹਿਬ ਗੁਰੂਆਂ ਦੀ ਬਾਣੀ ਹੈ, ਉਹ 'ਚ ਸਾਰੇ ਭਗਤਾਂ ਦੀ ਹੈ। ਗੁਰੂ ਗ੍ਰੰਥ ਸਾਹਿਬ ਨਾਲ ਕੀ ਦੁਸ਼ਮਣੀ? ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨੇ, ਉਹਨਾਂ ਸਰੂਪਾਂ ਦੇ ਅੰਗ ਖਿਲਾਰਨੇ, ਉਹਨਾਂ ਦੀ ਬੇਅਦਬੀ ਕਰਨੀ, ਉਹਨਾਂ ਨੂੰ ਅਗਨ ਭੇਟ ਕਰਨਾ, ਇਦੋਂ ਵੱਡੀ ਜਿਹੜੀ ਹੈ ਘਿਨਾਉਣੀ ਕੀ ਹਰਕਤ ਹੋ ਸਕਦੀ ਹੈ? ਤੇ ਉਦੋਂ ਪੰਜਾਬ 'ਚ ਕੀਤੀ ਗਈ ਜਿਸ ਵੇਲੇ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਇਹਨਾਂ ਨੇ ਦਿੱਤਾ। ਦੇਖੋ ਗੱਲ ਇਸ ਤਰ੍ਹਾਂ, ਉਹ 'ਚ ਮੈਂ ਦੋ ਤਿੰਨ ਗੱਲਾਂ ਜ਼ਰੂਰ ਕਰਨੀ ਚਾਹੂੰਗਾ। ਇੱਕ ਤਾਂ ਜਿਹੜੇ ਲੋਕਾਂ ਦੇ ਮਨ ਵਿੱਚ ਰੋਸ ਸੀਗਾ, ਉਹਨੂੰ ਰੋਸ ਪ੍ਰਗਟਾਉਣ ਲਈ ਸ਼ਾਂਤਮਈ ਢੰਗ ਨਾਲ ਉਹ ਵਿਖਾਵਾ ਕਰ ਰਹੇ ਸੀ ਜੀ। ਪੁਲਿਸ ਨੇ ਜਿਸ ਬਰਬਰਤਾ ਨਾਲ ਦੋ ਨੌਜਵਾਨ ਮਾਰੇ ਜੀ, ਉਹ ਕਦੇ ਵੀ ਮਾਫ ਨਹੀਂ ਕੀਤਾ ਜਾ ਸਕਦਾ। ਉਹਦੇ ਵਿੱਚ ਜਿਹੜਾ ਮੈਨੂੰ ਜਿਹੜੀ ਗੱਲ ਦਾ ਇਤਰਾਜ਼ ਹੈ ਕਿ ਵੀ ਤੁਹਾਡਾ ਸਿਸਟਮ ਦੋਹਰਾ ਸਿਸਟਮ ਚੱਲ ਰਿਹਾ। ਨਰਿੰਦਰ ਮੋਦੀ ਜੇ ਗੁਜਰਾਤ 'ਚ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਅੱਜ ਹਿੰਦੂਆਂ ਨੂੰ ਆਪਣਾ ਗੁੱਸਾ ਕੱਢਣ ਦਿਓ, ਜਦੋਂ ਸਾਬਰਮਤੀ ਰੇਲ ਨੂੰ ਅੱਗ ਲੱਗੀ,
ਤਾਂ ਪੁਲਿਸ ਵਾਲੇ ਉਹਨਾਂ ਵਿਖਾਵਾਕਾਰੀਆਂ ਦਾ ਜਾਂ ਗੁੰਡਿਆਂ ਦਾ ਸਾਥ ਦਿੰਦੇ ਆ ਜਿਹੜੇ ਮੁਸਲਮਾਨਾਂ ਦਾ ਕਤਲੇਆਮ ਕਰ ਰਹੇ ਆ। ਉੱਥੇ ਪੁਲਿਸ ਦੀ ਗੋਲੀ ਨਹੀਂ ਚੱਲਦੀ ਜੀ। 84 ਦੇ ਕਤਲੇਆਮ ਵੇਲੇ ਵੀ ਇਹੀ ਕੁਝ ਹੋਇਆ। ਪੁਲਿਸ ਨੂੰ ਖੁੱਲੀਆਂ ਛੁੱਟੀਆਂ ਸੀਗੀਆਂ ਕਿ ਇਹਨਾਂ ਦਾ ਸਾਥ ਦਿਓ ਜਿਹੜੇ ਉੱਥੇ ਹਿੰਸਾ ਕਰ ਰਹੇ। ਪਰ ਜਦੋਂ ਕਸ਼ਮੀਰੀ ਵਿਖਾਵਾ ਕਰਦੇ ਆ, ਸਿੱਖ ਵਿਖਾਵਾ ਕਰਦੇ ਆ, ਤਾਂ ਤੁਸੀਂ ਬੇਕਿਰਕ ਹੋ ਕੇ ਗੋਲੀਆਂ ਮਾਰ ਕੇ ਉਹਨਾਂ ਦੀ ਜਾਨਾਂ ਲੈ ਲੈਂਦੇ ਹੋ। ਜਦੋਂ ਕਿ ਵਿਖਾਵਾਕਾਰੀਆਂ ਨੂੰ ਮੌਤ ਤੋਂ ਬਚਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਜੀ। ਔਰ ਬੜੇ ਢੰਗ ਨੇ। ਪਾਣੀ ਦੇ ਫੁਆਰੇ ਛੱਡੋ, ਜੇ ਗੋਲੀਆਂ ਮਾਰਨੀਆਂ ਹੀ ਪੈ ਗਈਆਂ ਤੇ ਤੁਸੀਂ ਲੱਤਾਂ 'ਚ ਮਾਰ ਦਿਓ, ਲੱਕ ਤੋਂ ਹੇਠਾਂ ਮਾਰ ਦਿਓ, ਬੰਦੇ ਅਪਾਹਜ ਹੋ ਜਾਣਗੇ, ਮਰਨਗੇ ਤਾਂ ਨਹੀਂ ਨਾ ਉਹ। ਤੁਸੀਂ ਇਹ ਸਥਿਤੀ ਪੈਦਾ ਕਿਉਂ ਹੋਣ ਦਿੱਤੀ? ਪਹਿਲੀ ਗੱਲ ਤਾਂ ਇੰਡੀਅਨ ਸਟੇਟ ਦਾ ਜਿਹੜਾ ਇਸ ਵਿੱਚ ਘਟੀਆ ਕਿਰਦਾਰ ਹੈ ਉਹ ਨਜ਼ਰ ਆਉਂਦਾ ਕਿ ਖਾਸ ਕਿਸਮ ਦੇ ਭਾਈਚਾਰੇ ਦੇ ਲੋਕ ਵਿਖਾਵਾ ਕਰਨ ਤੇ ਕੁੱਤਿਆਂ ਵਾਂਗੂ ਉਡਾ ਦਿੱਤੇ ਜਾਣ, ਤੇ ਖਾਸ ਕਿਸਮ ਦੇ ਭਾਈਚਾਰੇ ਦੇ ਲੋਕ ਜਿਨ੍ਹਾਂ ਨੂੰ ਸਰਕਾਰ ਦੀ ਪੁਸ਼ ਬਣਾਈ ਹੋਵੇ ਜੋ ਮਰਜ਼ੀ ਕਰਨ। ਇੱਥੇ ਤਾਂ ਇੰਡੀਅਨ ਸਟੇਟ ਦਾ ਚਿਹਰਾ ਨੰਗਾ ਹੁੰਦਾ। ਡਜ਼ਨਟ ਮੈਟਰ ਸਰਕਾਰ ਕਿਹਦੀ ਹੈ, ਬਾਦਲਾਂ ਦੀ ਹੈ, ਕੈਪਟਨ ਦੀ ਹੈ, ਜਿਹਦੀ ਮਰਜ਼ੀ ਸਰਕਾਰ ਹੋਵੇ, ਉਹ ਪੁਲਿਸ ਦਾ ਕਿਰਦਾਰ ਜਿਹੜਾ ਉਹ ਬਿਲਕੁਲ ਪ੍ਰਤੱਖ ਰੂਪ 'ਚ ਨਜ਼ਰ ਸਾਨੂੰ ਆ ਰਿਹਾ। ਫਿਰ ਆਈਏ ਹੁਣ ਜਿਹੜਾ ਇਹਨੇ ਕਰਤੂਤ ਕੀਤੀ ਹੈ, ਇਹਨੇ ਕੋਈ ਕਰਤੂਤ ਇਹੋ ਜਿਹੀ ਕੀਤੀ ਨਹੀਂ ਅਮਨ ਨੂੰ ਲਾਂਬੂ ਲਾਉਣ ਦੀ ਖਾਤਰ। ਜਦੋਂ ਇਹਨੇ ਉਹ ਬੰਬ ਧਮਾਕੇ ਦੀ ਸਾਜ਼ਿਸ਼ ਦਾ ਰੌਲਾ ਪਾਇਆ ਉਦੋਂ ਵੀ ਗੱਲ ਕਲੀਅਰ ਹੋ ਗਈ ਕਿ ਵੀ ਇਹ ਸਾਰਾ ਡਰਾਮਾ ਇਹਨੇ ਆਪ ਕੀਤਾ ਸੀ। ਸਲਾਵਤਪੁਰੇ ਜੋ ਕਾਂਡ ਹੋਇਆ, ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ ਜਿਹੜਾ ਨੇ, ਉਹ ਵੀ ਮਿੱਥ ਕੇ ਕੀਤਾ ਗਿਆ ਸੀ ਕਿ ਮੈਂ ਕੋਈ ਇਹੋ ਜਿਹੀ ਪਰਿਸਥਿਤੀਆਂ ਪੈਦਾ ਕਰਾਂ ਜਿਹੜੀ ਮੇਰੇ ਖਿਲਾਫ ਇਨਵੈਸਟੀਗੇਸ਼ਨ ਚੱਲ ਰਹੀ ਹੈ, ਸਕਟਲ ਹੋਵੇ ਔਰ ਲੋਕਾਂ ਦੇ ਵਿੱਚ ਮੈਸੇਜ ਜਾਵੇ ਕਿ ਮੇਰੇ ਕੋਲ ਮਸਲ ਪਾਵਰ ਬੜੀ ਹੈ। ਇਹਨੇ ਵਿਖਾਉਣ ਦੀ ਕੋਸ਼ਿਸ਼ ਵੀ ਕੀਤੀ ਮਸਲ ਪਾਵਰ। ਬਿਲਕੁਲ ਜੀ। ਜਿਹੜੇ ਇਹਦੇ ਗੁੰਡੇ ਸੀਗੇ ਜਿਸ ਤਰੀਕੇ ਨਾਲ ਲੋਕਾਂ ਨੂੰ ਪੈ ਨਿਕਲੇ ਨੇ ਬੜੇ ਯੋਜਨਾਬੱਧ ਢੰਗ ਨਾਲ। ਸੋ ਉਸੇ ਕੜੀ ਦੇ ਵਿੱਚੋਂ ਤੁਸੀਂ ਵੇਖੋ ਕਿ ਜਿਹੜਾ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਵੀ ਉਸੇ ਕੜੀ ਦਾ ਹਿੱਸਾ ਹੀ ਹੈ ਕਿ ਇਹੋ ਜਿਹੀ ਭੜਕਾਹਟ ਪੈਦਾ ਕਰ ਦਿਓ ਕਿ ਜਿਸ ਦੇ ਨਾਲ ਮਤਲਬ ਮੈਂ ਆਪਣੀ ਮਸਲ ਪਾਵਰ ਵੀ ਵਿਖਾ ਸਕਾਂ ਔਰ ਸਾਰਾ ਧਿਆਨ ਦੂਜੇ ਪਾਸੇ ਚੱਲ ਜਾਵੇ। ਕਿਉਂਕਿ ਇੱਕ ਬੜਾ ਸੌਖਾ ਜਿਹਾ ਕੰਮ ਹੈ, ਇੱਕ ਹਿਸਟਰੀ ਰਹੀ ਹੈ ਪੰਜਾਬ ਦੀ ਖਾੜਕੂਵਾਦ ਦੀ। ਸੋ ਜੇ ਕੁਝ ਨਹੀਂ ਲੱਭਦਾ ਤੁਸੀਂ ਉਹਦਾ ਹਊਆ ਖੜਾ ਕਰ ਦਿਓ ਬਸ, ਤੇ ਆਦਮ ਕਹਿ ਕਰਕੇ ਪੁਲਿਸ ਨੂੰ ਉਸ ਪਾਸੇ ਲਾ ਦਿਓ ਤਾਂ ਜੋ ਸਾਨੂੰ ਨਾ ਕੋਈ ਸਵਾਲ ਕਰ ਸਕੇ। ਸੋ ਇਹ ਇੱਕ ਢਾਲ ਬਣਾ ਕੇ ਉਸ ਨੂੰ ਯੂਜ਼ ਕੀਤਾ ਗਿਆ। ਸੋ ਇਹ ਉਹਦੀ ਇੱਕ ਬਹੁਤ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਘਾਗ ਉਹਦੀ ਇੱਕ ਸੋਚ ਹੈ, ਬਹੁਤ ਸਾਜ਼ਿਸ਼ੀ ਢੰਗ ਨਾਲ ਉਹ ਚੱਲਿਆ। ਹਮੇਸ਼ਾ ਉਸਨੇ ਸਾਜ਼ਿਸ਼ਾਂ ਦਾ ਹੀ ਆਸਰਾ ਲਿਆ ਆਪਣੀ ਸਲਤਨਤ ਨੂੰ ਬਚਾਉਣ ਦੀ ਖਾਤਰ। ਜਿੱਥੋਂ ਤੱਕ ਜਦੋਂ ਇਹ ਬੇਅਦਬੀ ਦੀ ਕਾਂਡ ਹੋਏ ਆ, ਚਾਹੇ ਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿੱਥੋਂ ਚੋਰੀ ਕੀਤੇ ਗਏ, ਬਾਅਦ 'ਚ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ, ਜਾਂ ਉਸ ਤੋਂ ਬਾਅਦ ਜਿਸ ਢੰਗ ਦੇ ਨਾਲ ਇਹ ਗੱਲ ਚੱਲਦੀ ਰਹੀ। ਹੁਣ ਸਵਾਲ ਇਹ ਹੈ ਕਿ ਚਾਹੇ ਉਦੋਂ ਅਕਾਲੀ ਦਲ ਦੀ ਸਰਕਾਰ ਸੀ, ਅੱਜ ਕੈਪਟਨ ਦੀ ਸਰਕਾਰ ਹੈ, ਉਹ ਦੋਸ਼ ਸਾਰੇ ਜਿਹੜੇ ਆ ਉਮਰਾ ਨੰਗਲ ਜਿਹੜਾ ਪੁਲਿਸ ਦੀ ਜਿਹੜੀ ਉਸ ਵੇਲੇ ਅਗਵਾਈ ਸੀ ਜਦੋਂ ਗੋਲੀਆਂ ਚੱਲੀਆਂ, ਉਸ ਦੇ ਨੱਕ ਹੇਠ ਜੋ ਚੱਲਿਆ ਉਹ ਅੱਜ ਬਕਾਇਦਾ ਤੌਰ ਤੇ ਜਗ ਜ਼ਾਹਰ ਹੈ। ਤੇ ਲੋਕ ਇਹ ਕਹਿੰਦੇ ਕਿ ਇਤਿਹਾਸ ਦੇ ਵਿੱਚ ਕਦੇ ਵੀ ਮਾਫ ਨਹੀਂ ਕਰਨਗੇ, ਇਤਿਹਾਸ ਦੇ ਪੰਨਿਆਂ 'ਚ ਇਹ ਕਲੰਕ ਜਿਹੜਾ ਮਿਟ ਨਹੀਂ ਸਕਣਾ। ਪਰ ਮੈਂ ਫਿਰ ਦੇਖਦਾ ਕਿ ਕਾਂਗਰਸ ਦੀ ਸਰਕਾਰ ਆਈ, ਸਾਧੂ ਧਰਮ ਸੋਤ ਵਰਗਾ ਵਿਅਕਤੀ ਜਿਹੜਾ ਕਾਂਗਰਸ ਦਾ ਮਿਨਿਸਟਰ ਹੈ, ਤੇ ਉਹ ਸਾਧ ਨੂੰ ਪਖੰਡੀ ਨੂੰ ਜੇਲ੍ਹ 'ਚ ਵੀ ਧੱਕ ਦਿੱਤਾ। ਤੇ ਫਿਰ ਵੀ ਜਦੋਂ ਇਨਕੁਆਇਰੀ ਕਰਨ ਲਈ ਉਹਦੇ ਡੇਰਿਆਂ ਤੇ ਜਾ ਰਹੇ ਸੀ, ਕਹਿੰਦਾ ਵੀ ਕੋਈ ਉਹਦਾ ਵਾਲ ਨਹੀਂ ਵਿੰਗਾ ਕਰ ਸਕਦਾ। ਆਪਣੀ ਪੂਰੀ ਦਲੇਰੀ ਦੇ ਨਾਲ ਉਹ ਬੋਲ ਰਿਹਾ, ਉਹਦੇ ਹੱਕ 'ਚ ਬੋਲ ਰਿਹਾ। ਇੱਕ ਨਹੀਂ ਬਲਕਿ ਇਸੇ ਤਰ੍ਹਾਂ ਹਰਿਆਣੇ ਦੇ ਜਿਹੜੇ ਹੈ ਉੱਥੇ ਬੀਜੇਪੀ ਦੇ ਆ, ਹੁਣ ਸ਼ਰੇਆਮ ਇਹਦੇ ਬਾਵਜੂਦ ਕਿ ਉਹ ਇਸ ਰੇਪ ਕੇਸ ਦੇ ਵਿੱਚ, ਬਲਾਤਕਾਰ ਕੇਸ ਦੇ ਵਿੱਚ ਜੇਲ੍ਹ ਦੀਆਂ ਸਲਾਖਾਂ 'ਚ 20 ਸਾਲ ਲਈ ਬੰਦ ਹੈ, ਪਰ ਫਿਰ ਵੀ ਉਹਦੀ ਹਵਾਲ ਕੋਈ ਝਾਕ ਨਹੀਂ ਸਕਦਾ। ਦੇਖੋ ਗੱਲ ਇਸ ਤਰ੍ਹਾਂ ਕਿ ਪਹਿਲੀ ਗੱਲ ਤਾਂ ਜਿਹੜੀ ਉਸਦੀ ਤਾਕਤ ਜਿਹੜੀ ਇੱਥੋਂ ਤੱਕ ਪਹੁੰਚੀ ਹੈ ਉਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਸਟੇਟ ਨੇ ਕਿਸ ਲੈਵਲ ਤੱਕ ਉਸਨੂੰ ਪ੍ਰੋਟੈਕਟ ਕੀਤਾ, ਉਸਨੂੰ ਬਚਾ ਕੇ ਰੱਖਿਆ। ਸੋ ਅੱਜ ਵੀ ਉਸ ਦਾ ਜਿਹਨੂੰ ਕਹਿੰਦੇ ਰੱਸੀ ਜਲ ਗਈ ਵੱਲ ਨਹੀਂ ਗਏ, ਉਹ ਵਾਲੇ ਹਾਲਾਤ ਨੇ। ਪਰ ਜਿਹੜਾ ਲੋਕਾਂ 'ਚ ਕਈ ਵਾਰੀ ਲੋਕੀ ਟੱਪਲਾ ਵੀ ਖਾ ਜਾਂਦੇ, ਭਾਵੁਕ ਵੀ ਹੋ ਜਾਂਦੇ ਲੋਕੀ, ਕਿਉਂਕਿ ਲੋਕੀ ਵੈਸੇ ਵੀ ਨਾ ਉਮੀਦ ਹੋਏ ਹੋਏ, ਇਨਸਾਫ ਮਿਲਦਾ ਨਹੀਂਗਾ। ਜਦੋਂ ਕੋਈ ਮਾੜੀ ਮੋਟੀ ਵੀ ਕਿਸੇ ਕਿਰਨ ਨਜ਼ਰ ਆਉਂਦੀ ਆਸ ਦੀ, ਉਦੋਂ ਬਾਗੀਆਂ ਪਾਉਣ ਲੱਗ ਪੈਂਦੇ ਕਿ ਸਾਡਾ ਅਦਾਲਤਾਂ 'ਤੇ ਵਿਸ਼ਵਾਸ ਹੈ। ਇੱਦਾਂ ਨਹੀਂ ਹੁੰਦਾ। ਮਤਲਬ ਬੇਸਿਕਲੀ ਤਾਂ ਕ੍ਰੈਡਿਟ ਦੇਣਾ ਉਹਨਾਂ ਨੂੰ ਬਣਦਾ ਜਿਹੜੇ ਗਵਾਹੀਆਂ ਦੇ ਉੱਤੇ ਡਟੇ ਹੋਏ ਆ, ਫਿਰ ਜਿਹੜੇ ਵਕੀਲਾਂ ਨੇ ਮਿਹਨਤ ਕੀਤੀ ਹੋਈ, ਫਿਰ ਅਗਾਂਹ ਜੱਜ 'ਤੇ ਵੀ ਡਿਪੈਂਡ ਕਰਦਾ। ਬਿਲਕੁਲ। ਸੋ ਪਹਿਲੀ ਗੱਲ ਕਿ ਇਸ ਦਾ ਸਾਨੂੰ ਨਿਤਾਰਾ ਕਰਨਾ ਚਾਹੀਦਾ। ਕੁੱਲ ਮਿਲਾ ਕੇ ਉਹ ਢਾਂਚਾ ਜਿਹੜਾ ਬਿਲਕੁਲ ਇਸ ਵੇਲੇ ਸੜਿਆ ਗਿਆ ਢਾਂਚਾ, ਉਸ ਤੋਂ ਇਨਸਾਫ ਦੀ ਉਮੀਦ ਬਹੁਤ ਘੱਟ ਆ। ਕਈ ਮਿਸਾਲਾਂ ਨੇ ਜਿੱਥੇ ਅਦਾਲਤਾਂ ਨੇ ਸਟੇਟ ਨਾਲ ਰਲ ਕੇ ਜੋ ਕੀਤਾ, ਬਿਲਕੁਲ ਉਹ ਅਸੀਂ ਭੁੱਲ ਨਹੀਂ ਸਕਦੇ। ਸੋ ਉਸ ਨਾਤੇ ਵੇਖਿਆ ਜਾਵੇ ਤਾਂ ਇਹ ਬਹੁਤ ਇੱਕ ਛੋਟਾ ਜਿਹਾ ਸਟੈਪ ਹੈ, ਛੋਟੀ ਜਿਹੀ ਜਿੱਤ ਹੈ ਜੀ। ਪਰ ਇਸ ਨੂੰ ਵੱਡੀ ਜਿੱਤ ਬਣਾਉਣ ਦਾ ਤਾਂ ਹੀ ਕਿਹਾ ਜਾ ਸਕਦਾ ਜੇ ਬਾਕੀ ਜਿਹੜੀਆਂ ਲੜਾਈਆਂ ਵਿੱਚ ਵੀ ਇਹੋ ਜਿਹੀਆਂ ਜਿੱਤਾਂ ਹਾਸਿਲ ਹੋਣ। ਸਿਰਫ ਇਸ ਨੂੰ ਹੀ ਜਿੱਤ ਦਾ ਬਹੁਤ ਵੱਡਾ ਬਿੰਬ ਬਣਾ ਕੇ ਪੇਸ਼ ਕਰਨਾ ਜਾਂ ਭੁਲੇਖਾ ਖਾਣਾ, ਇਹ ਗੱਲ ਸਹੀ ਨਹੀਂ ਮੇਰੇ ਹਿਸਾਬ ਨਾਲ। ਜੀ ਗੁਰਪ੍ਰੀਤ ਸਿੰਘ, ਅੱਜ ਜਦੋਂ ਨਾਮ ਵੀ ਇਹਦਾ ਆ ਗਿਆ FIR 'ਚ, ਇਹਦੇ ਜਿਹੜੇ ਪਖੰਡੀ ਚੇਲੇ ਦੇ ਜਿਹੜੇ ਸਾਧ ਦੇ ਚੇਲੇ ਵੀ ਆ, ਉਹ ਵੀ ਸੋ ਕਾਲਡ ਜਿਹੜੇ ਪ੍ਰੇਮੀ ਪਰ ਐਕਚੁਅਲ ਦੁਸ਼ਟ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ, ਉਹਨਾਂ ਦੇ ਉੱਪਰ ਵੀ ਜਿਹੜੀ ਹੈ ਉਹਨਾਂ ਨੂੰ ਰਿਮਾਂਡ ਲਏ ਜਾ ਰਹੇ ਨੇ। ਕੀ ਤੁਹਾਨੂੰ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਕੋਈ ਇਨਸਾਫ ਹੋਏਗਾ, ਜਾਂ ਅਗਲੀ ਜਿਹੜੀ ਪੰਜਾਬ ਦੀ ਇਲੈਕਸ਼ਨ ਆ ਰਹੀ ਹੈ
ਜਿਸ ਨੂੰ ਇਹ ਰਾਜਨੀਤਿਕ ਤੌਰ ਤੇ ਕਿਹਾ ਜਾ ਰਿਹਾ ਕਿ ਉਸ ਇਲੈਕਸ਼ਨ ਦੇ ਮਾਪਦੰਡ ਦੇ ਆਧਾਰ ਤੇ ਇਹ ਸਾਰਾ ਕੁਝ ਹੁਣ ਸਿਲਸਿਲਾ ਸ਼ੁਰੂ ਕੀਤਾ ਗਿਆ ਕਿ ਕਿਸੇ ਤਰੀਕੇ ਨਾਲ ਇਸ ਨੂੰ ਰਾਜਨੀਤਿਕ ਤੌਰ ਤੇ ਪੇਸ਼ ਕੀਤਾ ਜਾਵੇ, ਚਾਹੇ ਰਾਜਨੀਤੀ ਵੀ ਹੋਵੇ। ਅਸੀਂ ਕਹਿੰਦੇ ਹਾਂ ਕਿ ਦੋਸ਼ੀਆਂ ਨੂੰ, ਜ਼ਾਲਮਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਬੀਜੇਪੀ ਆਈ, ਬੀਜੇਪੀ ਨੇ ਜੋ ਜੇ ਕਾਂਗਰਸ ਦੇ ਉਹਨਾਂ ਜ਼ਾਲਮਾਂ ਨੂੰ ਜਿਹੜੇ 1984 ਦਾ ਕਤਲੇਆਮ ਕਰਦੇ ਨੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁੱਟੇ, ਤਾਂ ਅਸੀਂ ਸਮਝਦੇ ਹਾਂ ਕਿ ਚਾਹੇ ਰਾਜਨੀਤਿਕ ਤੌਰ ਤੇ ਹੀ ਕਰ ਰਹੀ ਹੈ ਪਰ ਉਹ ਕਰੇ। ਪਰ ਜਦੋਂ ਉਹ ਆਪਣੀ ਕਰਤੂਤ ਨੂੰ ਲੁਕਾਉਣ ਲਈ ਕੁਛ ਕਰਦੀ ਹੈ ਕਿ ਹੁਣ ਦੁਬਾਰਾ ਉਹੀ ਹਾਲਾਤ ਪੈਦਾ ਕਰਦੀ ਹੈ, ਤੇ ਉੱਥੇ ਉਹਦੀ ਆਲੋਚਨਾ ਸਾਡੇ ਸਾਹਮਣੇ ਹੈ। ਪੰਜਾਬ ਦੇ ਵਿੱਚ ਆਉਂਦੀਆਂ ਚੋਣਾਂ ਜਿੱਤਣ ਦੇ ਲਈ ਕੋਈ ਨਾ ਕੋਈ ਮੁੱਦਾ ਹੋਰ ਹੈ ਨਹੀਂ, ਵਿਕਾਸ ਕਿਤੇ ਨਹੀਂ ਹੋ ਰਿਹਾ। ਪੰਜਾਬ ਦੇ ਵਿੱਚ ਜੋ ਇਸ ਵੇਲੇ ਐਜੂਕੇਸ਼ਨ ਦਾ ਢਾਂਚਾ ਖਿਲ ਰਿਹਾ ਪਿਆ, ਪੰਜਾਬ ਦੇ ਵਿੱਚ ਓਵਰਆਲ ਜਿਹੜੇ ਲੋਕ ਆ ਉਹ ਨਿਰਾਸ਼ ਨੇ ਪੂਰੀ ਤਰ੍ਹਾਂ। ਕਰੋਨਾ ਤੋਂ ਬਾਅਦ ਹਾਲਾਤ ਬਿਲਕੁਲ ਬਦਲ ਰਹੇ ਨੇ। ਕੀ ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਕਈ ਜਿਹੜੇ ਇੱਕ ਤੀਰ ਦੇ ਨਿਸ਼ਾਨੇ ਹੋ ਰਹੇ ਨੇ? ਦੇਖੋ, ਕੋਈ ਵੀ ਤਰਾਸਦੀ ਹੁੰਦੀ ਹੈ, ਕੋਈ ਵੀ ਸੰਕਟ ਪੈਦਾ ਹੁੰਦਾ, ਤੇ ਅਸੀਂ ਪਹਿਲਾਂ ਵੀ ਤੁਹਾਡੇ ਇਸ ਮੰਚ ਤੋਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਸਿਆਸਤਦਾਨ ਨੇ ਜੀ ਉਹ ਗਿਰਜਾ ਵਾਂਗ ਲਾਸ਼ਾਂ ਉੱਤੇ ਮੰਡਰਾਉਂਦੇ ਆ। ਉਹਨਾਂ ਨੂੰ ਤਰਾਸਦੀਆਂ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਮਰ ਗਿਆ ਨਹੀਂ ਮਰਿਆ, ਉਹਨਾਂ ਨੇ ਉਸ ਦਾ ਫਾਇਦਾ ਲੈਣਾ। ਬਿਲਕੁਲ। ਸੋ ਇਹਦਾ ਫਾਇਦਾ ਵੀ ਉਹ ਲੈਣ ਦੀ ਕੋਸ਼ਿਸ਼ ਤਾਂ ਕਰਨਗੇ ਨਿਸ਼ਚਿਤ ਰੂਪ ਵਿੱਚ, ਕੋਈ ਦੋ ਰਾਵਾਂ ਨਹੀਂ ਗਈਆਂ। ਪਰ ਮੈਂ ਫਿਰ ਦੁਬਾਰਾ ਆਪਣਾ ਪਿਛਲਾ ਜਵਾਬ ਦੁਹਰਾਊਂਗਾ ਕਿ ਅਸੀਂ ਕਈ ਵਾਰੀ ਟਪਲਾ ਖਾ ਜਾਂਦੇ ਹਾਂ ਕਿ ਅਦਾਲਤੀ ਫੈਸਲੇ ਆਏ, ਅਸੀਂ ਸੋਚਦੇ ਹਾਂ ਕਿ ਫਲਾਣੀ ਪਾਰਟੀ ਦੀ ਜਿੱਤ ਹੈ, ਫਲਾਣੀ ਸਰਕਾਰ ਕਰਕੇ ਹੋਇਆ। ਮਿਸਾਲ ਤੌਰ ਤੇ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ। ਸੱਜਣ ਕੁਮਾਰ ਨੂੰ ਸਜ਼ਾ ਕੋਈ ਮੋਦੀ ਕਰਕੇ ਨਹੀਂ ਹੋਈ, ਜਿਹੜੇ ਜੱਜ ਨੇ ਸਜ਼ਾ ਦਿੱਤੀ ਹੈ ਉਸ ਜੱਜ ਦੀ ਇਮਾਨਦਾਰੀ ਕਰਕੇ ਹੋਈ ਹੈ, ਜਿਸ ਨੂੰ ਪਿੱਛੇ ਸੀਏ ਦੇ ਮੁੱਦੇ ਤੇ ਸਿਰਫ ਦਿੱਲੀ ਦੇ ਵਿੱਚ ਜੋ ਕੁਝ ਹੋਇਆ, ਮੋਦੀ ਸਰਕਾਰ ਨੂੰ ਸਵਾਲ ਕਰਨ ਲਈ ਉਹਦਾ ਤਬਾਦਲਾ ਕੀਤਾ ਗਿਆ, ਪੰਜਾਬ ਭੇਜ ਦਿੱਤਾ। ਔਰ ਉਸ ਜੱਜ ਨੇ ਆਪਣੀ ਜਜਮੈਂਟ ਦੇ ਵਿੱਚ ਇਕੱਲੇ 84 ਦੀ ਗੱਲ ਨਹੀਂ ਕੀਤੀ, ਉਹਨੇ 2002 ਦੇ ਦੁਖਾਨ ਦਾ ਵੀ ਜ਼ਿਕਰ ਕੀਤਾ, ਉਹਨੇ 2008 ਦੇ ਉਸ ਦੁਖਾਨ ਦਾ ਜ਼ਿਕਰ ਵੀ ਕੀਤਾ ਜਿਸ ਵਿੱਚ ਈਸਾਈ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਜਨਸੰਘੀਆਂ ਵੱਲੋਂ। ਸੋ ਕਈ ਵਾਰੀ ਆਪਾਂ ਟਪਲਾ ਖਾ ਜਾਂਦੇ ਹਾਂ ਕਿ ਇਹ ਡਿਪੈਂਡ ਕਰਦਾ ਇੰਡੀਵਿਜੂਅਲ ਜੱਜਾਂ ਦੇ ਉੱਤੇ, ਅਧਿਕਾਰੀਆਂ ਤੇ। ਪੋਲੀਟੀਕਲ ਪਾਰਟੀਆਂ ਆਪਣਾ ਫਾਇਦਾ ਲੈਂਦੀਆਂ, ਇਹ ਤਾਂ ਨੰਗੀਆਂ ਹੋ ਚੁੱਕੀਆਂ। ਸਿਰਫ ਲੋਕਾਂ ਨੂੰ ਇਸ ਗੱਲ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ। ਸੋ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਜਿਹੜਾ ਇਹ ਸਾਰੀ ਇਨਕੁਆਇਰੀ ਵੀ ਖੁੱਲੀ ਹੈ, ਪਹਿਲਾਂ ਤਾਂ ਕੰਵਰ ਵਿਜੇ ਪ੍ਰਤਾਪ ਪਿਛਲੀਆਂ ਇਲੈਕਸ਼ਨ ਵੇਲੇ ਉਹਦੇ ਤੇ ਕਈ ਤਰ੍ਹਾਂ ਦੇ ਦੂਸ਼ਣ ਵੀ ਲਾਏ ਗਏ ਅਕਾਲੀ ਬੀਜੇਪੀ ਪਾਰਟੀ ਦੇ ਵੱਲੋਂ ਕਿ ਇਹਨੂੰ ਲਾਇਆ ਜਾਏ, ਵੱਖਰਾ ਕੀਤਾ ਜਾਏ, ਫਿਰ ਉਸ ਨੂੰ ਲਿਆਂਦਾ ਗਿਆ, ਉਹ ਕੰਮ ਕਰ ਰਿਹਾ। ਬਹੁਤ ਸਾਰੇ ਲੋਕ ਉਸ ਦੀ ਪ੍ਰਸ਼ੰਸਾ ਵੀ ਕਰਦੇ ਨੇ ਕਿ ਉਹ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ ਉਹ ਕਿਸ ਤਰ੍ਹਾਂ ਦੀ ਹੈ। ਕੁਝ ਹੋਰ ਮਾਮਲਿਆਂ ਦੇ ਵਿੱਚ ਵੀ ਉਹਦੇ ਵੇਰਵੇ ਦਿੱਤੇ ਜਾ ਰਹੇ ਨੇ। ਸੋ ਓਵਰਆਲ ਉਹਦੀ ਜਿਹੜੀ ਪਰਫਾਰਮੈਂਸ ਹੈ ਇਹ ਸਾਰੇ ਮਾਮਲੇ ਦੇ ਵਿੱਚ, ਤੇ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਸ ਦਾ ਜਿਹੜਾ ਮਕਸਦ ਹੈ ਇਸ ਮਾਮਲੇ 'ਚ ਕੀ ਨਜ਼ਰ ਆ ਰਿਹਾ? ਕਿਉਂਕਿ ਗੱਲ ਸਾ ਕਿ ਪੰਜਾਬ ਸਰਕਾਰ ਤਾਂ ਉਹੀ, ਜਿਵੇਂ ਜੇ ਅਮਰਿੰਦਰ ਸਿੰਘ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰਨੀ ਹੋਵੇ ਜੀ, ਉਹ ਤਾਂ ਇੱਕ ਪੋਲੀਟੀਸ਼ੀਅਨ ਜੀ, ਉਹਨੇ ਤਾਂ ਇੱਕ ਮਕਾਰ ਸਿਆਸਤਦਾਨ ਜੋ ਕਰਦੇ ਉਹੀ ਕਰਨਾ ਜੀ। ਉਹਨੇ ਤਾਂ ਆਪਣਾ ਲਾਹਾ ਲੈਣ ਦੀ ਕੋਸ਼ਿਸ਼ ਕਰਨੀ ਹੈ, ਦੂਰ ਦੀ ਸੋਚੂਗਾ ਇਹਦੇ 'ਚੋਂ ਮੈਂ ਕਿਵੇਂ ਲਾਹਾ ਲੈਣ ਦੀ ਕੋਸ਼ਿਸ਼ ਕਰਾਂ। ਸੋ ਬੇਸ਼ੱਕ ਉਹ ਥੋੜ੍ਹੀ ਦੇਰ ਲਈ ਬਣ ਵੀ ਲਓ ਆਰਗੂਮੈਂਟ ਸੇ ਕਿ ਪੁਲਿਸ ਦੇ ਮੋਢੇ 'ਤੇ ਧਰ ਕੇ ਉਹਨੇ ਦੁਨਾਲੀ ਚਲਾਈ ਹੈ ਜਾਂ ਬੰਦੂਕ ਚਲਾਈ, ਪਰ ਹਕੀਕਤ ਇਹ ਹੈ ਨਾ ਕਿ ਸੱਚੇ ਸੌਦੇ ਦਾ ਡੇਰਾ ਜਿਹੜਾ ਮੁਖੀ ਹੈ ਉਹ ਇਹ ਸਾਰੀਆਂ ਗੱਲਾਂ ਕਰਨ ਦੇ ਯੋਗ ਹੈ, ਉਹ ਕੈਪੇਬਲ ਹੈ, ਉਹ ਕਰ ਸਕਦਾ। ਜੇ ਉਸਦੀ ਨਿਸ਼ਾਨਦੇਹੀ ਕਿਸੇ ਅਫਸਰ ਕਰਕੇ ਹੋ ਰਹੀ ਹੈ ਤੇ ਹੋਣ ਰਹੀ ਹੈ। ਬਿਲਕੁਲ। ਮੇਰਾ ਖਿਆਲ ਹੈ ਇਹਨਾਂ ਨੇ ਉਸ ਵੇਲੇ ਵੀ ਜਦੋਂ ਅੰਮ੍ਰਿਤਸਰ ਦੇ ਵਿੱਚ ਵੀ ਕੋਈ ਕਤਲੋਗਾਰ ਦਾ ਸਿਲਸਿਲਾ ਚੱਲਿਆ ਸੀ, ਕਿਸੇ ਆਰਐਸਐਸ ਦੇ ਮੁਖੀ ਦੇ ਲੀਡਰ ਦੀ ਗੱਲ ਚੱਲੀ ਸੀ ਤੇ ਕਲੀਅਰ ਕੀਤਾ ਸੀ ਕਿ ਵੀ ਉਹ ਅੰਦਰੂਨੀ ਲੜਾਈ ਕਰਕੇ ਹੋਇਆ, ਕਿਸੇ ਖਾੜਕੂ ਦੇ ਹੱਥ ਨਹੀਂ। ਸੋ ਇਸ ਕਰਕੇ ਸਾਨੂੰ ਇਹ ਦੇਖਣਾ ਪੈਣਾ, ਕਈ ਵਾਰੀ ਅਫਸਰ ਜਦੋਂ ਆਪਣੇ ਵਿਭਾਗ ਹੋ ਕੇ ਨਿਰਪੱਖ ਹੋ ਕੇ ਕੰਮ ਕਰਦੇ ਆ ਜੀ ਬਿਨਾਂ ਕਿਸੇ ਦਬਾਅ ਤੇ, ਫਿਰ ਕਈ ਵਾਰੀ ਸਾਨੂੰ ਰਿਜ਼ਲਟਸ ਬੜੇ ਵਧੀਆ ਮਿਲਦੇ। ਪਰ ਉਹ ਕੇਸ ਟਾਵੇਂ ਨੇ, ਕੁੱਲ ਮਿਲਾ ਕੇ ਤਾਂ ਆਵਾ ਉੱਤਿਆ ਹੋਇਆ। ਬਿਲਕੁਲ ਇਹ ਹਕੀਕਤ ਹੈ। ਹੁਣ ਡੀਜੀਪੀ ਜਿਹੜਾ ਦਿਨਕਰ ਗੁਪਤਾ, ਜਿਹੜੀ ਉਹਦੀ ਬਿਆਨਬਾਜ਼ੀ ਉਹਦੇ ਬਿਲਕੁਲ ਵਿਪਰੀਤ ਕਿਸਮ ਦੀ ਹੈ। ਸੋ ਇਸ ਗੱਲ ਨੂੰ ਆਪਾਂ ਕਿਵੇਂ ਇਗਨੋਰ ਕਰ ਸਕਦੇ? ਜਿੱਥੋਂ ਤੱਕ ਜੇ ਜਿਹੜਾ ਪੁਲਿਸ ਜਾਂਚ ਦੇ ਵਿੱਚ ਮਿਸਟਰ ਖੱਟੜਾ ਦੀ ਭੂਮਿਕਾ ਇਸ ਵੇਲੇ ਚੱਲ ਰਹੀ ਹੈ, ਜਦੋਂ ਇਹ ਨਿੱਤ ਬਿਆਨ ਆ ਰਹੇ ਨੇ, ਜਾਂ ਅਸੀਂ ਪਹਿਲਾਂ ਕੰਵਰ ਵਿਜੇ ਪ੍ਰਤਾਪ ਦੀ ਗੱਲ ਕੀਤੀ ਹੈ, ਸੋ ਜਿਹੜੀ ਰਾਜਨੀਤਿਕ ਤੌਰ ਤੇ ਜੋ ਮਰਜ਼ੀ ਹੋਵੇ ਕਾਰਨ ਸਮਝ ਸਕਦੇ ਹਾਂ, ਪਰ ਡੇਰਾ ਸੌਦਾ ਦੇ ਉਸ ਵਿਅਕਤੀ ਨੂੰ, ਉਸ ਮੁਖੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੇ ਵਿੱਚ ਇਨਕੁਆਇਰੀ 'ਚ ਸ਼ਾਮਲ ਨਹੀਂ ਸੀ ਕੀਤਾ ਗਿਆ, ਪਰ ਉਸ ਦਾ ਸ਼ਾਮਲ ਹੋਣਾ ਇਸ ਗੱਲ ਦੀ ਪ੍ਰਮਾਣ ਇੱਕ ਤਰ੍ਹਾਂ ਬਣ ਜਾਂਦਾ ਹੈ ਕਿ ਇਹ ਜਿਹੜਾ ਸਾਰਾ ਕੁਝ ਜਿਹੜਾ ਹੈ ਤਾਰਾਂ ਕਿੱਥੋਂ ਹਿੱਲੀਆਂ, ਇਸ ਦੇ ਵਿੱਚ ਪਿੱਛੇ ਚਾਲ ਕਿਸ ਦੀ ਸੀ, ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਲੀਕਿਆ ਗਿਆ ਯੋਜਨਾਬੱਧ ਢੰਗ ਦੇ ਨਾਲ। ਦੇਖੋ, ਜਿਹੜੀਆਂ ਡਿਟੇਲਸ ਪਿੱਛੇ ਆਉਂਦੀਆਂ ਸਾਰੀਆਂ ਹੀ ਸ਼ਾਮਿਲ ਹੋਣੀ ਚਾਹੀਦੀਆਂ ਜੀ। ਜਿਹੜਾ ਇੱਕ ਪੁਲਿਸ ਦਾ ਜਿਹੜਾ ਸਹੀ ਤਰੀਕਾ ਕੰਮ ਕਰਦਾ ਇਹੀ ਹੈ, ਜਿਹੜੀ ਡਿਟੇਲ ਹੋਵੇ ਉਹ ਰਹਿ ਨਾ ਜਾਵੇ। ਸੋ ਜੇ ਕੋਈ ਇਸ ਤਰ੍ਹਾਂ ਹਵਾਲੇ ਸਾਹਮਣੇ ਆਏ ਹੈ ਕਿ ਡੇਰੇ ਦੇ ਮੁਖੀ ਨੇ ਆ ਸਾਰਾ ਕੁਝ ਕਰਵਾਇਆ, ਤੇ ਕਿਉਂ ਨਾ ਉਹ ਤਸਦੀਕ ਹੋਵੇ ਉਸ ਗੱਲ ਦੀ, ਕਿਉਂ ਨਾ ਉਹ FIR 'ਚ ਸ਼ਾਮਲ ਹੋਵੇ ਜਾਂ ਚਾਰਜ ਸ਼ੀਟ 'ਚ ਸ਼ਾਮਲ ਹੋਵੇ। ਇਹਦਾ ਇੱਕ ਸੁਭਾਵਿਕ ਜਿਹਾ ਸਵਾਲ ਹੈ। ਬਿਲਕੁਲ। ਬਾਕੀ ਇਹ ਤਾਂ ਜੇ ਅਸੀਂ ਪੈਟਰਨ ਵੇਖੀਏ ਤੇ ਸੱਚੇ ਸੌਦੇ ਦੇ ਜਿਹੜੇ ਇਸ ਮੁਖੀ ਨੇ ਜਿਹੜੇ ਪਿਛਲੇ ਸਮਿਆਂ 'ਚ ਜੋ ਕਰਕੇ ਜੋ ਕੁਝ ਵੀ ਕੀਤਾ,
ਸੋ ਇਸ 'ਚ ਕੋਈ ਦੋ ਰਾਵਾਂ ਰਹਿ ਨਹੀਂ ਜਾਂਦੀਆਂ ਕਿ ਉਹ ਬਹੁਤ ਵੱਡੀ ਤੋਂ ਵੱਡੀ ਸਾਜ਼ਿਸ਼ ਰਚਣ ਦੇ ਯੋਗ ਆ ਜੀ। ਸੋ ਇਸ ਕਰਕੇ ਸਿਰਫ ਚੰਦ ਮੁੱਠੀ ਪਰ ਲੋਕਾਂ ਦੇ ਉੱਤੇ ਬਲੇਮ ਸੁੱਟ ਦੇਣਾ ਕਿ ਵੀ ਇਹਨਾਂ ਨੇ ਕੀਤਾ ਜੀ। ਸੱਚੇ ਸੌਦੇ ਨਾਲ ਤਾਰਾਂ ਜੁੜੀਆਂ ਹੋਈਆਂ ਸੀਗੀਆਂ, ਹੁਣ ਉਹ ਗੱਲ ਉੱਥੇ ਨਹੀਂ ਰਹੀ। ਹੁਣ ਤਾਂ ਸਿੱਧੇ ਤੌਰ ਤੇ ਡੇਰੇ ਦਾ ਜਿਹੜਾ ਮੁਖੀ ਹੈ ਉਹ ਤੇ ਉਂਗਲਾਂ ਉੱਠ ਰਹੀਆਂ। ਅਜੇ ਇੱਕ ਕੇਸ ਹੋਰ ਵੀ ਜਿਸ ਦੀ ਗੱਲ ਬਹੁਤ ਵਾਰ ਚੱਲੀ ਹੈ ਤੇ ਉਹਦੀ ਜਾਂਚ ਦਾ ਸ਼ਾਇਦ ਆਖਰੀ ਮੋੜ ਤੇ ਹੋਵੇ, ਜਿਸ ਦੇ ਵਿੱਚ ਨਿਪੁੰਸਕ ਬਣਾਏ ਗਏ ਲੋਕ ਨੇ, ਜਿਨ੍ਹਾਂ ਦੇ ਵਿੱਚੋਂ ਹੰਸਰਾਜ ਵਰਗਿਆਂ ਨੇ ਇਹ ਗੱਲ ਕਹੀ ਕਿ ਕਿਵੇਂ ਡੇਰੇ ਦੇ ਇਸ ਮੁਖੀ ਦੀ ਮੌਜੂਦਗੀ ਦੇ ਵਿੱਚ ਡਾਕਟਰਾਂ ਨੇ, ਇਹਨਾਂ ਦੇ ਵਿੱਚੋਂ ਡਾਕਟਰਾਂ ਦੇ ਵਿੱਚੋਂ ਵੀ ਕਈ ਜਿਹੜੇ ਭਗੌੜੇ ਅਜੇ ਤੱਕ ਭਗੌੜੇ ਨੇ, ਅਦਿੱਤਿਆ ਵਰਗੇ, ਤੁਸੀਂ ਦੇਖੋ ਕਿ ਜਿਹੜਾ ਡੇਰੇ ਨੂੰ ਸੰਭਾਲਦਾ ਕਿਸ ਕਿਸਮ ਦਾ ਉਹਦਾ ਵੀ ਪੂਰਾ ਇੱਕ ਤਰ੍ਹਾਂ ਦਬਦਬਾ ਬਣਿਆ ਹੋਇਆ ਸੀ। ਹੋਰ ਸਾਰੇ ਡਾਕਟਰਾਂ ਨੇ ਬਕਾਇਦਾ ਜਿਵੇਂ ਜ਼ਮੀਨ ਤੇ ਲਿਟਾ ਦਿੱਤਾ ਜਾਂਦਾ ਸੀ, ਇੱਕੋ ਵਾਰ ਜਿਹੜੇ ਵਿਅਕਤੀਆਂ ਨੂੰ ਜਿਵੇਂ ਨਿਪੁੰਸਕ ਬਣਾਇਆ ਜਾਂਦਾ ਸੀ, ਤੇ ਉਹ ਵੀ ਇੱਕ ਕਤਲ ਕਰਨ ਦੇ ਬਰਾਬਰ ਇੱਕ ਵਿਅਕਤੀ ਦੀ ਜਿਹੜੀ ਹੋਂਦ ਮਿਟਾਉਣ ਦੇ ਬਰਾਬਰ ਦੀ ਕਾਰਵਾਈ ਹੈ। ਕੋਈ ਛੋਟਾ ਮੋਟਾ ਜੁਰਮ ਨਹੀਂ ਜਿਹੜਾ ਜਿਸ ਤਰ੍ਹਾਂ ਕੀਤਾ ਜਾਂਦਾ। ਇੱਥੋਂ ਤੱਕ ਵੀ ਹੈ ਕਿ ਸਰੀਰਕ ਅੰਗਾਂ ਦਾ ਸੌਦਾ ਵੀ ਕੀਤਾ, ਸਮਗਲਿੰਗ ਕੀਤੀ ਜਾਂਦੀ ਸੀ। ਇਹ ਵੀ ਸਾਰਾ ਕੁਝ ਜਿਹੜਾ ਜ਼ਾਹਰ ਹੋਇਆ ਕਿ ਸਾਰਾ ਕੁਝ ਜਿਹੜਾ ਹੈ ਕਿਸੇ ਵੀ ਹੱਦ ਬੰਨੇ ਦੇ ਵਿੱਚ ਜਾ ਕੇ ਉਸ ਨੂੰ ਪਾਰ ਕਰਕੇ ਕੀਤਾ ਜਾ ਰਿਹਾ ਸੀ। ਦੇਖੋ, ਸਾਰੇ ਮਾਮਲਿਆਂ ਦੀ ਪੜਤਾਲ ਹੋਣੀ ਚਾਹੀਦੀ, ਸਾਰਿਆਂ ਦੀ ਜੀ। ਔਰ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਲੱਗੇ ਹੋਏ ਨੇ ਪੁਲਿਸ ਵਾਲੇ ਹੁਣ, ਸ਼ਾਇਦ ਕਿਸੇ ਨਾ ਕਿਸੇ ਜਾਵੇ। ਪਰ ਮੈਂ ਅਗੇਨ ਪੁਲਿਸ ਨੂੰ ਕ੍ਰੈਡਿਟ ਦੇਣ ਦੀ ਥਾਂ ਤੇ ਉਹਨਾਂ ਲੋਕਾਂ ਨੂੰ ਦਊਂਗਾ ਹਾਂਜੀ, ਜਿਨ੍ਹਾਂ ਲੋਕਾਂ ਨੇ ਨਿੱਠ ਕੇ ਆਪਣੇ ਤੌਰ ਤੇ ਕੰਮ ਕੀਤਾ, ਉਹਨਾਂ ਔਰਤਾਂ ਨੂੰ, ਉਹਨਾਂ ਖੱਬੇ ਪੱਖੀ ਜਿਹੜੇ ਕਾਰਕੁਨਾਂ ਨੂੰ, ਜੀ ਜੀ, ਪਾਰਟੀਆਂ ਦੀ ਮੈਂ ਗੱਲ ਨਹੀਂ ਕਰ ਰਿਹਾ, ਜੀ, ਜਿਨ੍ਹਾਂ ਨੇ ਇਮਾਨਦਾਰੀ ਨਾਲ ਬਿਨਾਂ ਕਿਸੇ ਦਬਾਅ ਤੇ ਜੀ, ਆਪਣੇ ਜਜ਼ਬੇ ਵਿੱਚੋਂ ਇਹ ਸੋਚਿਆ ਵੀ ਇਸ ਨੂੰ ਨੰਗਾ ਕਰੀਏ, ਜੀ, ਸੱਚ ਜਾਣਨ ਦੀ ਕੋਸ਼ਿਸ਼ ਉਹਨਾਂ ਨੇ ਕੀਤੀ। ਰਾਮ ਚੰਦਰ ਛਤਰਪਤੀ ਨੇ ਜਾਨ ਵੀ ਗਵਾ ਲਈ ਆਪਣੀ। ਇਸ ਕਿਸਮ ਦੇ ਲੋਕਾਂ ਨੂੰ ਕ੍ਰੈਡਿਟ ਦਊਂਗਾ ਕਿ ਉਹਨਾਂ ਦੀ ਬਦੌਲਤ ਸਾਰਾ ਕੁਝ ਹੋਇਆ। ਸੋ ਜੋ ਉਹਨਾਂ ਦੀ ਕੋਸ਼ਿਸ਼ਾਂ ਹੁਣ ਤੱਕ ਰੰਗ ਲੈ ਕੇ ਆਈਆਂ, ਮੈਨੂੰ ਉਮੀਦ ਹੈ ਕਿ ਅਗਾਂਹ ਵੀ ਉਹਨਾਂ ਨੂੰ ਕਾਮਯਾਬੀ ਮਿਲੇਗੀ ਜੀ। ਪਰ ਜਿਹੜੀ ਸੱਚੇ ਸੌਦੇ ਦੇ ਮੁਖੀ ਦੀ ਜਿਹੜੀ ਤਾਕਤ ਹੈ, ਹਾਂਜੀ, ਉਸ ਨੂੰ ਅਜੇ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਇਹ ਲੋਕਾਂ ਨੂੰ ਆਪਣੇ ਜ਼ਿਹਨ 'ਚ ਰੱਖਣੀ ਚਾਹੀਦੀ ਗੱਲ, ਕਿਉਂਕਿ ਉਹਦੀ ਫੋਲੋਇੰਗ ਹੈ, ਉਹ ਕਿਧਰੇ ਨਹੀਂ ਜਾਣ ਲੱਗੀ। ਫੋਲੋਇੰਗ ਉੱਥੇ ਦੇ ਉੱਥੇ ਹੀ ਹੈ। ਕੀ ਉਹਨਾਂ ਲੋਕਾਂ ਦੇ ਭੁਲੇਖੇ ਦੂਰ ਹੋ ਗਏ ਨੇ ਇਸ ਸਾਰੇ ਮਾਮਲੇ ਤੋਂ ਬਾਅਦ? ਇਹ ਹੁਣ ਲੋਕੀ ਸੋਚਣ। ਔਰ ਸਟੇਟ ਨੇ ਇੰਨੀ ਦੇਰੀ ਕਿਉਂ ਲਾਈ? ਇਹ ਵੀ ਬਹੁਤ ਵੱਡਾ ਸਵਾਲ ਹੈ। ਜਦੋਂ ਬਲੂ ਸਟਾਰ ਆਪਰੇਸ਼ਨ ਕਰਨਾ ਸੀ ਤਾਂ ਤੁਸੀਂ ਆਪਣਾ 4 ਸਾਲਾਂ ਵਿੱਚ ਫੈਸਲਾ ਕਰ ਲਿਆ ਕਿ ਹਾਂ ਵੀ ਆਪਾਂ ਕਰਨਾ। ਹਾਲਾਂਕਿ ਉੱਥੇ ਵੀ ਮਸਲਾ ਹੋਰ ਤਰੀਕੇ ਨਾਲ ਹੋ ਸਕਦਾ ਸੀਗਾ। ਜੀ, ਇੱਥੇ ਤੁਸੀਂ ਮਤਲਬ ਐਡਾ ਕੁਝ ਕੁਕਰਮ ਹੋ ਰਹੇ ਓਪਨ ਥਾਂ ਤੇ, ਬਿਲਕੁਲ ਕੋਈ ਇਹੋ ਜਿਹੀ ਮੁਕੱਦਸ ਥਾਂ ਵੀ ਹੈ ਨਹੀਂ ਕਿ ਪੁਲਿਸ ਨੂੰ ਜਾਣ ਤੋਂ ਕੋਈ ਗੁਰੇਜ਼ ਹੋਵੇ। ਉਹਨੂੰ ਕਿਉਂ ਨਹੀਂ ਫੜਿਆ ਗਿਆ? ਕਿਵੇਂ ਉਹ ਸਰੰਗਾ ਬਣਾ ਰਿਹਾ ਸੀ, ਕਿਵੇਂ ਜਿਹੜੇ ਸਕੂਲ ਖੋਲੇ ਸੀ ਉਹਨਾਂ ਬੱਚਿਆਂ ਤੱਕ ਕਿਸ ਤਰੀਕੇ ਨਾਲ ਕੁਰਬਾਨੀ ਦਸਤਾ ਖੜਾ ਕੀਤਾ ਹੋਇਆ। ਬਿਲਕੁਲ, ਜੇ ਤੁਸੀਂ ਮਤਲਬ ਇੱਕ ਖਾਸ ਫਿਰਕੇ ਦੇ ਲੋਕਾਂ ਨੂੰ ਟਾਰਗੇਟ ਕਰ ਸਕਦੇ ਹੋ ਇੰਨੀ ਬੇਹਯਾਈ ਦੇ ਨਾਲ, ਜੀ, ਤਾਂ ਸੱਚੇ ਸੌਦੇ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਸਕਦੇ? ਕਿਉਂ ਸਟੇਟ ਨੇ ਨਾ ਟਾਈਮ ਲਾਇਆ? ਕਿਉਂ ਉਸ ਨੂੰ ਸਮੱਸਿਆ ਨੂੰ ਵਧਣ ਦਿੱਤਾ ਗਿਆ? ਉਹ ਸਿਰਫ ਇਸ ਕਰਕੇ ਕਿ ਉਹਦੀ ਫੋਲੋਇੰਗ ਬੜੀ ਆ, ਤੁਹਾਡੀਆਂ ਵੋਟਾਂ ਖਰਾਬ ਹੁੰਦੀਆਂ। ਇਹ ਤਾਂ ਫਿਰ ਦੋਗਲਾਪਣੀ ਹੋਇਆ ਜੀ। ਜਿੱਥੇ ਕਾਰਵਾਈ ਕਰਨੀ ਹੈ ਉੱਥੇ ਤੁਸੀਂ ਕਾਰਵਾਈ ਕਰਕੇ ਬਹੁ ਗਿਣਤੀ ਨੂੰ ਖੁਸ਼ ਕਰ ਲੈਂਦੇ ਹੋ, ਜਿੱਥੇ ਲੱਗਦਾ ਕਿ ਬਹੁ ਗਿਣਤੀ ਜਿਹੜੀ ਹੈ ਉਹ ਨਾਰਾਜ਼ ਹੁੰਦੀ ਹੈ ਉੱਥੇ ਤੁਸੀਂ ਨਹੀਂ ਕਰਨਾ। ਇਹ ਤਾਂ ਬਹੁ ਗਿਣਤੀ ਵਾਦਾ, ਹੋਰ ਕੁਝ ਨਹੀਂਗਾ ਜੀ ਜੀ। ਸੋ ਜਿਹੜਾ ਬਹੁ ਗਿਣਤੀ ਵਾਦ ਅਸੀਂ ਕਾਫੀ ਚਿਰ ਤੋਂ ਭਾਰਤੀ ਸਿਆਸਤ ਵਿੱਚ ਭਾਰੂ ਵੇਖ ਰਹੇ ਹਾਂ ਜੀ, ਇਹ ਉਸਦੇ ਲੱਛਣ ਨੇ। ਅਖੀਰ 'ਚ ਇੱਕ ਦੋ ਗੱਲਾਂ ਜਿੱਥੋਂ ਅਸੀਂ ਆਰੰਭ ਕੀਤੀ ਸੀ ਗੱਲ, ਕਿ ਜਿਹੜਾ ਇਹੋ ਜਿਹੇ ਭਨਿਆਰੇ ਵਾਲਾ ਹੋਇਆ ਡੇਰਾ ਜਿਹੜਾ ਸੌਦਾ ਸਾਧ ਹੈ, ਜਾਂ ਫਿਰ ਇਸ ਦੇ ਇਲਾਵਾ ਰਾਧਾ ਸੁਆਮੀ ਜਾਂ ਹੋਰ ਬਹੁਤ ਸਿਲਸਿਲੇ, ਇਹਨਾਂ 'ਚ ਬਹੁਤ ਸਾਰੇ ਜਿਹੜੇ ਨੇ ਸਿੱਖ ਪਰਿਵਾਰਾਂ ਨਾਲ ਪੰਜਾਬ ਦੇ ਲੋਕ ਜਿਹੜੇ ਸੰਬੰਧਿਤ ਨੇ ਉਹ ਇਸ ਪਾਸੇ ਵੱਲ ਨੂੰ ਹੋਏ ਨੇ। ਹੁਣ ਜਗ ਜ਼ਾਹਰ ਹੋ ਚੁੱਕਿਆ ਕਿ ਇਹੋ ਜਿਹੇ ਜਿਹੜੇ ਇੰਸਟੀਟਿਊਸ਼ਨ ਖੜੇ ਕਿਵੇਂ ਕੀਤੇ ਜਾਂਦੇ, ਇਹਨਾਂ ਨੂੰ ਪ੍ਰਮੋਟ ਕਿਵੇਂ ਕੀਤਾ ਜਾਂਦਾ, ਲੋਕ ਕਿਸ ਤਰੀਕੇ ਨਾਲ ਇਹਨਾਂ ਨਾਲ ਜੁੜਦੇ ਨੇ। ਪਰ ਉਹਦੇ ਵਿੱਚ ਜਿਹੜੀ ਸਾਡੀ ਜਥੇਬੰਦਕ ਤੌਰ ਤੇ ਅਸੀਂ ਦੇਖੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ ਪ੍ਰਚਾਰ ਦਾ ਜ਼ਿੰਮਾ ਮੰਨਿਆ ਜਾਂਦਾ, ਜਾਂ ਉਸ ਤੋਂ ਇਲਾਵਾ ਓਵਰਆਲ ਜਿਹੜਾ ਢਾਂਚਾ ਸਿੱਖੀ ਸਿਧਾਂਤ ਜਿਹਦੇ ਆਧਾਰ ਤੇ, ਸਿੱਖੀ ਸਿਧਾਂਤਾਂ ਦੇ ਆਧਾਰ ਤੇ ਜਿਸ ਨੂੰ ਤੋੜਨਾ ਚਾਹੀਦਾ। ਹੁਣ ਅੱਜ ਦੀ ਤਾਰੀਖ ਦੇ ਵਿੱਚ ਜੇ ਅਸੀਂ ਇਹ ਸਾਰੇ ਘਟਨਾਕ੍ਰਮ ਨੂੰ ਮੰਨ ਕੇ ਚੱਲੀਏ ਤਾਂ ਜਿਹੜੀ ਉੱਥੇ ਸੋਧ ਦੀ ਜਾਂ ਸੁਧਾਰ ਦੀ ਗੁੰਜਾਇਸ਼ ਜਾਂ ਲੋੜ ਹੈ ਕਿ ਦਲਿਤ ਭਾਈਚਾਰਾ, ਲੋਕ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਬਰਾਬਰ ਲੈ ਕੇ ਚੱਲਣਾ, ਉਸ ਦੇ ਵਿੱਚ ਭੂਮਿਕਾ ਬੜੀ ਹੋਣੀ ਚਾਹੀਦੀ ਹੈ। ਕਿਉਂਕਿ ਹਾਲੀਆ ਵਿੱਚ ਇੱਕ ਜਿਹੜੀ ਕੁਝ ਸੂਝਵਾਨ ਵਿਅਕਤੀ, ਉਹਨਾਂ ਨੇ ਜਥੇਦਾਰ ਅਕਾਲ ਤਖਤ ਨੂੰ ਇੱਕ ਬਕਾਇਦਾ ਮੰਗ ਪੱਤਰ ਦਿੱਤਾ ਕਿ ਇੱਕ ਨਿਹੰਗ ਸਿੰਘ ਜਥੇਬੰਦੀ ਦੇ ਵੱਲੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਵਿਅਕਤੀਆਂ ਨੂੰ ਉਹਨਾਂ ਦੀ ਜਾਤ ਕਾਰਨ ਕਿਸ ਤਰੀਕੇ ਨਾਲ ਵਿਤਕਰਾ ਕੀਤਾ ਗਿਆ, ਤੇ ਉਹ ਬਕਾਇਦਾ ਉਹਨਾਂ ਨੂੰ ਪੇਸ਼ ਕਰਕੇ ਕਿਹਾ ਕਿ ਕਾਰਵਾਈ ਕਰੋ। ਇੱਕ ਚਲੋ ਇੱਕ ਮੰਨ ਲਿਆ ਇੰਡੀਵਿਜੂਅਲ ਘਟਨਾ, ਪਰ ਓਵਰਆਲ ਜਿਹੜੇ ਇਹ ਡੇਰੇ ਨਾ ਪਣਪਣ, ਹਾਲਾਤ ਨਾ ਬਣੇ, ਤੇ ਸਹੀ ਅਰਥਾਂ 'ਚ ਜਿਹੜਾ ਗੁਰਮਤਿ ਦਾ ਸਿਧਾਂਤ ਹੈ ਕਿ ਮਨੁੱਖਤਾਵਾਦੀ ਸੋਚ, ਬਰਾਬਰਤਾ ਦਾ, ਸਮਾਨਤਾ ਦਾ, ਸਭੇ ਸਾਂਝੀ ਵਾਲਸਦਾਇਨ ਦਾ, ਉਸ ਦੇ ਅਨੁਸਾਰ ਸਭ ਕੁਝ ਹੋਵੇ। ਵੇਖੋ, ਜਿਹੜਾ ਜ਼ਾਤ ਪਾਤ ਦਾ ਕੋਡ ਹੈ ਨਾ, ਉਸ ਦੇ ਉੱਤੇ ਹਿੰਦੁਸਤਾਨ ਦੀਆਂ ਸਾਰੀਆਂ ਪਾਰਟੀਆਂ ਨੂੰ ਨੈਤਿਕ ਜ਼ਿੰਮੇਵਾਰੀ ਲੈ ਕੇ ਅਕ੍ਰੋਸ ਦੀ ਬੋਰਡ ਕੰਮ ਕਰਨਾ ਪਊਗਾ।
ਕਿਉਂਕਿ ਇਕੱਲੇ ਪੰਜਾਬ ਤੇ ਇਕੱਲੇ ਸਿੱਖਾਂ ਦੀ ਸਮੱਸਿਆ ਨਹੀਂ, ਸਾਰੇ ਮੁਲਕ ਦੀ ਸਮੱਸਿਆ ਬਣੀ ਹੋਈ ਹੈ। ਜਿਹੜਾ ਲੋਕ ਸਿੱਖੀ ਤੋਂ ਟੁੱਟ ਕੇ ਡੇਰਿਆਂ ਵੱਲ ਜਾ ਰਹੇ ਨੇ, ਉਸੇ ਤਰੀਕੇ ਨਾਲ ਲੋਕੀ ਹਿੰਦੂ ਭਾਈਚਾਰੇ ਤੋਂ ਟੁੱਟ ਕੇ ਸਿੱਖੀ 'ਚ ਵੀ ਆਏ, ਪਹਿਲੋਂ ਇਸਲਾਮ ਵੱਲ ਵੀ ਗਏ, ਬੁੱਧਿਜ਼ਮ ਵੱਲ ਵੀ ਗਏ, ਕ੍ਰਿਸਚੈਨਿਟੀ ਵੱਲ ਵੀ ਗਏ। ਜਿਹੜਾ ਬੀਜੇਪੀ ਰੌਲਾ ਪਾਉਂਦੀ ਨਾ ਧਰਮ ਪਰਿਵਰਤਨ ਹੋ ਰਿਹਾ, ਧਰਮ ਪਰਿਵਰਤਨ ਕਿਉਂ ਹੋ ਰਿਹਾ? ਜੇ ਤੁਹਾਡੇ ਧਰਮ ਦੇ ਵਿੱਚ ਕੁਝ ਖਾਸ ਕਿਸਮ ਦੇ ਲੋਕ ਘੁੱਟਣ ਮਹਿਸੂਸ ਕਰਦੇ ਹੋ, ਤਾਂ ਹੀ ਧਰਮ ਪਰਿਵਰਤਨ ਕਰ ਰਹੇ ਨੇ, ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ ਹੋ ਰਿਹਾ। ਸੋ ਜਦੋਂ ਤੱਕ ਤੁਸੀਂ ਆਜ਼ਾਦ-ਪਾਤ ਦੇ ਕੋਡ ਨੂੰ ਠੀਕ ਨਹੀਂ ਕਰਦੇ, ਇਹ ਸਮੱਸਿਆਵਾਂ ਰਹਿਣਗੀਆਂ। ਸਾਰੀਆਂ ਪਾਰਟੀਆਂ ਜ਼ਿੰਮੇਵਾਰੀ ਬਣਦੀ ਹੈ ਇਸ 'ਤੇ ਗੌਰ ਕੀਤਾ ਜਾਵੇ। ਔਰ ਕਿਉਂਕਿ ਇਸ ਦਾ ਮੁੱਖ ਜਿਹੜਾ ਬੁਨਿਆਦ ਇਸਦੀ ਬ੍ਰਾਹਮਣਵਾਦ ਦੇ ਵਿੱਚ ਹੈ। ਸਿੱਖੀ 'ਚ ਤਾਂ ਬਾਅਦ 'ਚ ਆਇਆ। ਹੁਣ ਸਿੱਖੀ ਦੀ ਗੱਲ ਕਰ ਲਈਏ ਕਿ ਜੇ ਸਿੱਖ ਭਾਈਚਾਰੇ ਵਿੱਚ ਦੇ ਲੋਕ ਸੋਚਣ ਪੈ ਕੇ, ਜੇ ਤੁਹਾਡੇ ਗੁਰੂਆਂ ਨੇ ਜੋ ਸਿਧਾਂਤ ਦਿੱਤਾ ਸੀਗਾ, ਤੁਸੀਂ ਉਸ ਦੇ ਉਲਟ ਜਾ ਰਹੇ ਹੋ। ਮੈਂ ਤੁਹਾਨੂੰ ਗੱਲ ਦੱਸਣੀ ਚਾਹੂੰਗਾ ਕਿ ਜਦੋਂ 300 ਸਾਲਾ ਮਨਾਇਆ ਗਿਆ ਖਾਲਸੇ ਦਾ, ਇੰਡੀਅਨ ਐਕਸਪ੍ਰੈਸ ਵੱਲੋਂ ਮੈਂ ਜਦੋਂ ਰਿਪੋਰਟਿੰਗ ਕਰਦਾ ਸੀ ਤੇ ਮੈਂ ਦਲਿਤਾਂ ਦੇ ਘਰਾਂ 'ਚ ਗਿਆ, ਦਲਿਤ ਸਿੱਖਾਂ ਦੇ ਘਰਾਂ 'ਚ, ਇਹ ਜਾਣਨ ਲਈ ਕਿ ਤੁਹਾਡੇ ਹਾਲਾਤ ਕੀ ਨੇ। ਤੇ ਮੈਨੂੰ ਇਹ ਵੇਖ ਕੇ ਹੈਰਾਨੀ ਹੋਈ, ਕਈ ਥਾਵਾਂ ਤੇ ਰਾਧਾ ਸਵਾਮੀ ਦੇ ਗੁਰੂ ਦੀਆਂ ਤਸਵੀਰਾਂ ਹੁੰਦੀਆਂ ਸੀਗੀਆਂ, ਚਾਹੇ ਕੋਈ ਜੁਲਾਹਾ ਸਿੱਖ ਸੀ ਜਾਂ ਕੋਈ ਮਜ਼੍ਹਬੀ ਸਿੱਖ ਸੀਗਾ। ਸੋ ਇਹ ਹਾਲਾਤ ਸੀ। ਸੋ ਉਹ ਲੋਕ ਕਿਉਂ ਖੜ ਉਖੜ ਕੇ ਜਾ ਰਹੇ ਨੇ, ਕਿਉਂ ਭਾਈਚਾਰਿਆਂ ਨੂੰ ਛੱਡ ਕੇ ਦੂਜੇ ਸੰਪਰਦਾਵਾਂ ਵੱਲ ਆਕਰਸ਼ਿਤ ਹੋ ਰਹੇ ਨੇ? ਇਹਦਾ ਕਾਰਨ ਤਾਂ ਇਹਨਾਂ ਨੂੰ ਲੱਭਣਾ ਹੀ ਪੈਣਾ। ਬਿਲਕੁਲ, ਜਦੋਂ ਤੱਕ ਤੁਸੀਂ ਗੱਲ ਨਹੀਂ ਲਾਓਗੇ ਉਹਨਾਂ ਨੂੰ ਤੇ ਇਹ ਸਮੱਸਿਆ ਰਹੂਗੀ। ਇੱਕ ਜਿਹੜੀ ਬਹੁਤ ਹਿਰਦੇ ਵੇਦਕ ਘਟਨਾ ਤੁਹਾਨੂੰ ਮੈਂ ਦੱਸੂਗਾ ਗੁਰਿੰਦਰ ਸਿੰਘ ਜੀ, ਕਿ ਉਹ ਮੈਨੂੰ ਉਹਦਾ ਵਿਅਕਤੀ ਦਾ ਨਾਮ ਭੁੱਲ ਗਿਆ, ਜਿਹੜਾ ਕੀਰਤਪੁਰ ਸਾਹਿਬ ਗੁਰਦੁਆਰਾ ਆ, ਉੱਥੇ ਸੇਵਾਦਾਰ ਸੀ। ਉਹ ਯੂਪੀ ਦਾ ਸੀਗਾ ਦਲਿਤ ਭਾਈਚਾਰੇ ਤੋਂ। ਪ੍ਰੋਫੈਸਰ ਮਨਜੀਤ ਸਿੰਘ ਕਿਸੇ ਵੇਲੇ ਉੱਥੇ ਮਿਸ਼ਨਰੀ ਕਾਲਜ ਪੜ੍ਹਾਉਂਦੇ ਸੀ। ਉਹਨਾਂ ਦੇ ਪ੍ਰਭਾਵ ਹੇਠਾਂ ਉਸਨੇ ਸਿੱਖੀ ਧਾਰਨ ਕੀਤੀ। ਔਰ ਉਸ ਵੇਲੇ ਦੀ ਉਸਨੇ ਖਬਰ ਦਿਖਾਈ ਇੱਕ ਯੂਪੀ ਦਾ ਅਖਬਾਰ ਦੀ, ਕਿ ਸ਼ਿਵ ਸੈਨਾ ਵਾਲਿਆਂ ਨੇ ਧਮਕੀ ਦਿੱਤੀ ਕਿ ਜਿਹੜੇ ਹਿੰਦੂ ਸਿੱਖ ਬਣੇ ਆ, ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਉਹਨਾਂ ਨੂੰ ਦਹਿਸ਼ਤਗਰਦ ਤੱਕ ਵੀ ਕਿਹਾ ਗਿਆ ਸ਼ਿਵ ਸੈਨਾ ਵੱਲੋਂ। ਮੇਰਾ ਕਹਿਣ ਦਾ ਮਤਲਬ ਕਿ ਉਹ ਚੁਣੌਤੀਆਂ ਨੂੰ ਸਵੀਕਾਰਦੇ ਹੋਏ ਉਹ ਸਿੱਖੀ 'ਚ ਆਇਆ, ਕੀਰਤਪੁਰ ਸਾਹਿਬ ਸੇਵਾਦਾਰ ਲੱਗਾ। ਔਰ ਕਹਾਣੀ ਇਹ ਦੱਸ ਰਿਹਾ ਕਿ ਮੇਰੇ ਤੋਂ ਸਿਰਫ ਜਿਹੜਾ ਨਾ ਜਿਹੜੀ ਬਾਹਰਲੀ ਸਫਾਈ ਦਾ ਕੰਮ ਕਰਾਉਂਦੇ ਆ, ਅੰਦਰ ਪ੍ਰਸ਼ਾਦਾ ਵਰਤਾਉਣ ਦਾ ਕੰਮ ਨਹੀਂ ਮੇਰੇ ਤੋਂ ਲਿਆ ਜਾਂਦਾ, ਨਾ ਮੈਂ ਦੇਗ ਵਰਤਾ ਸਕਦਾ। ਇਸ ਕਿਸਮ ਦਾ ਵਿਤਕਰਾ ਮੇਰੇ ਨਾਲ ਹੋ ਰਿਹਾ। ਕੀਰਤਪੁਰ ਸਾਹਿਬ ਦੀ ਮੈਂ ਗੱਲ ਕਰ ਰਿਹਾ। ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕਿਹੜੀ ਹੋਏਗੀ? ਪਰ ਮਨਜੀਤ ਸਿੰਘ ਨੇ ਉਸਨੂੰ ਇਹ ਕਿਹਾ ਕਿ ਤੂੰ ਠਰਮੇ ਨਾਲ ਰਹਿ, ਇਹ ਤੇਰਾ ਇਮਤਿਹਾਨ ਹੈ, ਤੈਨੂੰ ਉਸ ਵਿੱਚ ਗੁਜ਼ਰਨਾ ਪੈਣਾ। ਸਿੱਖ ਕਿਸੇ ਤੱਕ ਆਪਣਾ ਹਾਰੀ ਨਾ। ਉਹ ਤਾਂ ਕਰਕੇ ਉਹ ਉੱਥੇ ਦਾ ਉੱਥੇ ਹੀ ਰਿਹਾ, ਉਸਨੇ ਧਰਮ ਨਹੀਂ ਬਦਲਿਆ, ਸਿੱਖੀ ਨੂੰ ਨਹੀਂ ਛੱਡਿਆ ਉਹਨੇ। ਪਰ ਉਸਦਾ ਇਹ ਸਵਾਲ ਜਿਹੜਾ ਮੈਨੂੰ ਬੜਾ ਪਰੇਸ਼ਾਨ ਕਰਦਾ। ਬਿਲਕੁਲ ਜੀ, ਕੋਈ ਸ਼ੱਕ ਨਹੀਂ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, 2-3 ਐਸੇ ਜਿਹੜੇ ਡੇਰੇ ਆ ਜਿਨ੍ਹਾਂ ਦੇ ਵਿੱਚ ਪੁੱਛੋ ਦੀ ਤਰਫ ਜਦੋਂ ਅਸੀਂ ਜਾਂਦੇ ਹਾਂ, ਬਿਲਕੁਲ ਉਹਨਾਂ ਦਾ ਲੰਗਰ ਵੱਖਰਾ ਲਾਉਂਦੇ ਉਸਨੇ ਬੜਾ ਵਿਗਾੜ ਪਾਇਆ। ਸੋ ਇਸ ਕਿਸਮ ਦਾ ਜਿਹੜਾ ਸਾਰਾ ਹਾਲਾਤ ਹੈ। ਗੁਰਪ੍ਰੀਤ ਸਿੰਘ ਜੀ, ਜਿਸ ਤਰ੍ਹਾਂ ਸਾਰੇ ਵਿਸ਼ੇ ਨੂੰ ਤੁਸੀਂ ਬਿਆਨ ਕੀਤਾ, ਵਿਸਤਾਰ ਦੇ ਵਿੱਚ ਸਾਂਝਾ ਕੀਤਾ, ਤੇ ਉਸ ਦੇ ਮਸਲੇ ਦੇ ਨਾਲ ਉਸ ਦੀਆਂ ਨਤੀਜੇ ਤੋਂ ਬਾਅਦ ਜੇ ਉਸਾਰੂ ਹੱਲ ਹੈ ਜਿਹੜੇ, ਉਸ ਦੇ ਨਾਲ ਗੱਲ ਖਤਮ ਕੀਤੀ ਹੈ। ਬਹੁਤ ਸ਼ੁਕਰੀਆ, ਧੰਨਵਾਦ। ਬਹੁਤ ਮਿਹਰਬਾਨੀ ਗੁਰਜੀਤ ਸਿੰਘ ਜੀ। ਇਸ ਦੇ ਨਾਲ ਹੀ ਜਿੱਥੋਂ ਤੱਕ ਇਹ ਡੇਰਾ ਸਰਸਾ ਦੇ ਸਾਧ ਦੀ ਗੱਲ ਹੈ, ਅਸਲ 'ਚ ਇਸ ਝੂਠੇ ਤੇ ਪਖੰਡੀ ਸਾਧ ਨੇ ਜਿਸ ਤਰੀਕੇ ਨਾਲ ਜੋ ਕਰਤੂਤਾਂ ਕੀਤੀਆਂ, ਇਹਨੂੰ ਇਸ ਦੇ ਦੋਸ਼ਾਂ ਦੀ ਸਜ਼ਾ ਕਿੰਨੀ ਕੁ ਇਸ ਅਦਾਲਤ 'ਚ ਮਿਲੇਗੀ ਉਹ ਸਮਾਂ ਦੱਸੇਗਾ। ਲੇਕਿਨ ਇਨਸਾਨੀਅਤ ਦੇ ਮੱਥੇ ਤੇ ਜਿਹੜਾ ਇਹ ਕਲੰਕ ਹੈ, ਇਹ ਕਲੰਕ ਇਕੱਲਾ ਇਹ ਖੁਦ ਹੀ ਨਹੀਂ, ਇਸ ਦੇ ਨਾਲ ਇਸ ਦੇ ਥਾਪੇ ਹੋਏ ਉਹ ਭੰਗੀ ਦਾਸ ਜਾਂ ਉਹ ਨਾਲ ਜੁੜੇ ਹੋਏ ਲੋਕ ਜਿਨ੍ਹਾਂ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਆਪਣਾ ਦਬਦਬਾ ਬਣਾਇਆ, ਉਹਨਾਂ ਨੂੰ ਵੀ ਨੰਗੇ ਕਰਨ ਦੀ ਲੋੜ ਹੈ। ਪਰ ਨਾਲ ਇਹ ਹੈ ਕਿ ਆਤਮ ਚਿੰਤਨ ਤੇ ਵਿਸ਼ਲੇਸ਼ਣ ਦੀ ਲੋੜ ਹੈ ਕਿ ਸਾਡੀਆਂ ਸੰਸਥਾਵਾਂ ਦੀ ਕੀ ਭੂਮਿਕਾ ਰਹੀ ਹੈ। ਹੁਣ ਵੀ ਜਿਹੜਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਏ, ਆਪਣੇ ਉਹਨਾਂ ਭਾਈਚਾਰਿਆਂ ਨੂੰ ਸਾਂਭੋ ਜਿਹੜੇ ਲੋਕ ਜੋ ਸ਼ਰਨ ਆਵੇ ਤੇ ਸਕੰਠ ਲਾਵੇ। ਇਸ ਸੋਚ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਬਾਣੀ ਨੇ ਸਾਨੂੰ ਪ੍ਰੇਰਿਤ ਕੀਤਾ ਤਾਂ ਅਸੀਂ ਜੁੜੀਏ, ਤਾਂ ਇਹ ਡੇਰਿਆਂ ਦੀ ਸਮੱਸਿਆ ਖਤਮ ਹੋ ਸਕਦੀ ਹੈ ਤੇ ਅਸੀਂ ਬਹੁਤ ਵਧੀਆ ਜੀਵਨ ਬਿਹਤਰੀਨ ਬਤੀਤ ਕਰ ਸਕਦੇ ਹਾਂ। ਇਹਨਾਂ ਸ਼ਬਦਾਂ ਦੇ ਨਾਲ ਹੀ ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।